सत श्री अकाल दोस्तों, टशन पंजाबी लाइव चैनल ਤੇ ਤੁਹਾਡਾ ਸਵਾਗਤ ਹੈ। ਪੰਜਾਬ ਦੀ ਸਿਆਸਤ ਨਾਲ ਜੁੜੀ ਅਪਡੇਟ ਲੈ ਕੇ ਹਾਜ਼ਰ ਹਾਂ। ਅੱਜ ਜਿਹੜੀ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ, ਇਹ ਵੀਡੀਓ ਸਿੱਧੂ ਮੂਸੇਵਾਲਾ ਵੱਲੋਂ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਦੀ, ਜਿਸ ਵਿੱਚ ਸਿੱਧੂ ਮੂਸੇਵਾਲਾ ਨੇ ਮਾਨਸਾ ਹਲਕੇ ਲਈ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ। ਇਸ ਮੈਨੀਫੈਸਟੋ ਜਾਰੀ ਹੋਣ ਦੇ ਨਾਲ ਹੀ ਸਿੱਧੂ ਮੂਸੇਵਾਲਾ ਪਹਿਲਾ ਐਸਾ MLA ਉਮੀਦਵਾਰ ਬਣ ਗਿਆ ਹੈ ਜਿਸ ਨੇ ਕਿ ਆਪਣੇ ਖੁਦ ਦਾ ਮੈਨੀਫੈਸਟੋ ਜਾਰੀ ਕੀਤਾ ਹੋਵੇ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਨੇ ਪੱਤਰਕਾਰਾਂ ਦੇ ਤਿੱਖੇ ਸਵਾਲਾਂ ਦੇ ਜਵਾਬ ਵੀ ਦਿੱਤੇ, ਜਿਸ ਤੋਂ ਬਾਅਦ ਪੱਤਰਕਾਰ ਵੀ ਕਹਿੰਦੇ ਕਿ ਹੁਣ ਤੁਹਾਡਾ ਵਿਰੋਧ ਨਹੀਂ ਹੋਵੇਗਾ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਨੇ ਚੱਜ ਦਾ ਵਿਚਾਰ ਵਾਲੀ ਇੰਟਰਵਿਊ ਦਾ ਜ਼ਿਕਰ ਵੀ ਆਪਣੀ ਇਸ ਪ੍ਰੈਸ ਕਾਨਫਰੰਸ ਵਿੱਚ ਕੀਤਾ। ਦੋਸਤੋ, ਤੁਸੀਂ ਵੀ ਦੇਖੋ ਤੇ ਹੋਰਾਂ ਨੂੰ ਵੀ ਦਿਖਾਓ ਸਿੱਧੂ ਮੂਸੇਵਾਲਾ ਦੀ ਇਹ ਪੂਰੀ ਪ੍ਰੈਸ ਕਾਨਫਰੰਸ, ਕਿਉਂਕਿ ਇਸ ਵਿੱਚ ਸਿੱਧੂ ਮੂਸੇਵਾਲਾ ਨੇ ਅਜਿਹੀਆਂ ਗੱਲਾਂ ਕੀਤੀਆਂ ਹਨ ਕਿ ਵਿਰੋਧੀ ਵੀ ਸਿੱਧੂ ਮੂਸੇਵਾਲਾ ਦੇ ਫੈਨ ਬਣ ਜਾਣਗੇ। ਬਾਕੀ ਦੋਸਤੋ, ਵੀਡੀਓ ਥੋੜੀ ਲੰਬੀ ਜ਼ਰੂਰ ਹੈ, ਪਰ ਸਿੱਧੂ ਮੂਸੇਵਾਲਾ ਨੇ ਇਕੱਲੀ ਗੱਲ ਸੱਚੀ ਕਹੀ ਹੈ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਹੁਣ ਇਹ ਪੂਰੀ ਵੀਡੀਓ। अगर सर कोई क्वेश्चन वगैरह हैगा तो तुम मेरे को पूछ सकते हो। सिद्धू साहब सरकारी तौर पे करोगे कि आप निजी तौर पे? देखो जी, मेरी कोशिश ये है कि जिन्नियां चीज़ां मैं सरकारी तौर पे इंप्लीमेंट कर सकता, निजी तौर पे तो मैं कोई एडा रिलायंस वाला नहीं या कोई धनाड़ बंदा नहीं, मेरी भी कोई इलारी है। मैं कोशिश करूंगा कि मोस्ट ऑफ द प्रोसेस सरकार थ्रू लिया जाए, पर जिहड़ियां चीज़ां जिवें हुण कोई आ हो गया अपना हो गया जिवें दरमियाने पद्धर दे, जिवें हुण सिलाई वाला हो गया, मशीनां की हुंदियां ने, जे आपां देखीए 70 मशीनां होंगियां बई पिंड नूं देतीआं किसे नूं, हना इहो जी मदद जिहड़ी कर सकदे होए निजी भी कीती जाओ। भी जिवें हुण मैं कहां भी मैं ग्राउंड कोई करोड़ दा बनाऊं तां 62 पिंड ने 62 करोड़ दा बजट चाहिए। सो जिहड़ियां चीज़ां तां मैं इत्थों आप कर सकिआ तां मैं करूंगा ही। बाकी मैं गवर्नमेंट तो जरूर टाइम आ मेरी बस बाकी जरूर करांगा। और कोई क्वेश्चन सर? जी सर। ਹੁਣ ਤੱਕ ਤੁਹਾਡੇ ਦੂਸਰੀ ਪਾਰਟੀਆਂ ਵਿੱਚ ਜਿਵੇਂ ਆਮ ਆਦਮੀ ਪਾਰਟੀ ਹੈ, ਜੀ ਸਰ, ਅਕਾਲੀ ਦਲ ਹੈ ਜੀ, ਕਿੰਨੇ ਪਰਿਵਾਰ ਸ਼ਾਮਲ ਹੋਏ ਤੁਹਾਡੇ ਨਾਲ? ਸਾਡੇ ਖੀਵਾ ਦੇ ਵਾਲੇ ਦੀ ਪੂਰੀ ਪੰਚਾਇਤ ਹੋ ਗਈ ਜੀ, ਤੇ ਬਹੁਤ ਅਕਾਲੀ ਛੱਡ ਕੇ ਆ ਰਹੇ ਨੇ, ਆਮ ਆਦਮੀ ਵਾਲੇ ਛੱਡ ਕੇ ਆ ਰਹੇ ਨੇ। ਕੱਲ ਅਸੀਂ ਆਮ ਆਦਮੀ ਦੇ 3-4 ਪਰਿਵਾਰ ਰਲਾਏ ਨੇ, ਪਿੰਡਾਂ ਦੇ ਵਿੱਚੋਂ ਆਮ ਆਦਮੀ ਦੇ ਲੋਕ ਰਲ ਰਹੇ ਨੇ ਹੁਣ ਜਿਹੜੇ ਪਿਛਲੇ ਸਾਲਾਂ ਦੇ ਵਿੱਚ। ਸੋ ਇਹ ਮੈਨੂੰ ਇਹ ਲੱਗਦਾ ਆਉਣਾ ਜਾਣਾ ਲੱਗਿਆ ਰਹਿਣਾ, ਸਾਡੇ ਚੋਂ ਵੀ ਕਈ ਗਏ ਆ, ਉਧਰੋਂ ਵੀ ਸਾਡੇ ਬਣੀ ਆਏ ਨੇ। ਸੋ ਇਹ ਚੱਲਦਾ ਰਹੇਗਾ। ਹਾਂਜੀ ਸਰ। ਪਾਰਟੀ ਦੇ ਵਿੱਚ ਜੋ ਸਿੱਧੂ ਪੰਜਾਬ ਮਾਡਲ ਪੇਸ਼ ਕਰ ਰਹੇ ਆ ਜੀ ਸਰ, ਉਸ ਨੂੰ ਲੈ ਕੇ ਕਾਫੀ ਵਿਰੋਧ ਵੀ ਹੁੰਦਾ ਕਿ ਜੀ ਸਰ, ਖਿਲਾਫਦੇ ਆ ਜੀ ਸਰ। ਉਸ ਦਰਮਿਆਨ ਜਦੋਂ ਹਲੇ ਤੁਹਾਡੀ ਪਾਰਟੀ ਦਾ ਮੈਨੀਫੈਸਟੋ ਨਹੀਂ ਆਇਆ, ਤੁਸੀਂ ਮੈਨੀਫੈਸਟੋ ਜਾਰੀ ਕਰਿਆ ਕਿ ਪਾਰਟੀ ਨਾਲ ਕੋਈ ਸਲਾਹ ਹੋਈ ਹੈ ਜਾਂ ਤੁਹਾਡਾ ਨਿੱਜੀ ਮੈਨੀਫੈਸਟੋ ਹੈ? ਪਤਾ ਕੀ ਗੱਲ ਹੈ ਸਰ, ਮੈਂ ਜਦੋਂ ਪਿੰਡਾਂ ਦੇ ਵਿੱਚ ਮੇਰਾ ਕਿਹੜੀ ਗੱਲ ਦਾ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਦੱਸ ਤੂੰ ਕਰਨਾ ਕੀ ਚਾਹੁੰਦਾ, ਮਤਲਬ ਇਹ ਮੈਨੀਫੈਸਟੋ ਘੱਟ ਮੇਰੀਆਂ ਸਵੈ ਇੱਛਾਵਾਂ ਜ਼ਿਆਦਾ ਨੇ ਕਿ ਯਾਰ ਇਹ ਚੀਜ਼ਾਂ ਮੈਂ ਇੰਪਲੀਮੈਂਟ ਕਰੂੰਗਾ ਜਿਵੇਂ ਮਰਜ਼ੀ ਕਰ। ਜਿਹੜੀਆਂ ਚੀਜ਼ਾਂ ਮੈਂ ਆਪਦੇ ਤਾਂ ਯਾਨੀ ਕਿ ਆਪਾਂ ਕਹਿੰਦੇ ਵੀ ਹੱਡ ਬੀਤੀ, ਇੱਕ ਜੱਗ ਬੀਤੀ, ਇੱਕ ਹੱਡ ਬੀਤੀ, ਇਹਨਾਂ ਦੇ ਵਿੱਚੋਂ ਮੋਸਟ ਆਫ ਪੁਆਇੰਟ ਹੱਡ ਬੀਤੀ ਵਾਲੇ ਨੇ। ਹੁਣ ਮੰਨ ਲਈਏ ਪਿੰਡ ਟੂਰਨਾਮੈਂਟ ਤੇ ਗਿਆ, ਉੱਥੇ ਮੈਂ ਜੋ ਟੂਰਨਾਮੈਂਟ ਤੇ ਗਿਆ ਇੱਕ ਮੁੰਡੇ ਦਾ ਮੇਰੇ ਸਾਹਮਣੇ ਗੋਡਾ ਨਿਕਲ ਗਿਆ, ਤੇ ਨਾ ਟੂਰਨਾਮੈਂਟ ਵਾਲੇ ਤਾਂ 11,000 ਦਾ ਨਾਮ ਤਾਂ ਦੇ ਦੇਣਗੇ ਵਿਚਾਰੇ, ਪਰ ਜੋ ਕਹਿਣਗੇ ਵੀ ਉਹਦੇ ਗੋਡੇ ਦਾ ਇਲਾਜ ਕਿਵੇਂ ਹੋਊਗਾ ਤੁਸੀਂ ਇਹ ਦੇਖੋ ਵੀ ਕਿਵੇਂ। ਤੇ ਇਹ ਵੀ ਹੋ ਸਕਦਾ ਕਿ ਮੁੜ ਕੇ ਖੇਡ ਹੀ ਨਾ ਪਾਵੇ, ਉਹਦਾ ਕਰੀਅਰ ਤਾਂ ਚੱਲ ਗਿਆ। ਸੋ ਇਹ ਚੀਜ਼ਾਂ ਜਿਹੜੀ ਕਿ ਡੇਲੀ ਨੋਟਡ ਚੀਜ਼ਾਂ ਨੇ ਵੀ ਇਹ ਕੋਈ ਬਾਹਲੇ ਵੱਡੇ ਇੰਪਲੀਮੈਂਟ ਦੀ ਵੀ ਸਰਕਾਰ। ਹਾਂ, ਦੋ ਚੀਜ਼ਾਂ ਬਹੁਤ ਵੱਡੀਆਂ ਨੇ, ਹਸਪੀਟਲ ਐਂਡ ਯੂਨੀਵਰਸਿਟੀ। ਸਾਨੂੰ ਪਹਿਲਾਂ ਵੀ ਜਗ੍ਹਾ ਲਾਉਟ ਹੋਈ ਸੀ ਇੱਕ ਵਾਰੀ ਯੂਨੀਵਰਸਿਟੀ, ਤੁਹਾਡੇ ਅਖਬਾਰ 'ਚ ਖਬਰਾਂ ਲੱਗੀਆਂ ਹੁਣ, ਤੁਸੀਂ ਤੁਹਾਨੂੰ ਪਤਾ ਹੋਣਾ। ਸੋ ਬਹੁਤ ਮਿਹਨਤ ਤਰਾਸਦੀ ਹੈ ਕਿਉਂਕਿ ਸਾਡੇ ਬੱਚਿਆਂ ਕੋਲ ਕੋਈ ਪੜ੍ਹਨ ਨੂੰ ਜਗ੍ਹਾ ਹੀ ਨਹੀਂ। ਜਦੋਂ ਮੈਂ ਪੜ੍ਹਦਾ ਸੀ ਮੈਨੂੰ ਪਤਾ ਮੈਂ ਐਡਮਿਸ਼ਨ ਕਿਵੇਂ ਲਿਆ। ਸੋ ਇਹ ਚੀਜ਼ਾਂ। ਹੋਰ ਕੋਈ ਕੁਐਸਚਨ ਸਰ? ਇਹ ਜਿਹੜੇ ਮੁੱਦੇ ਤੁਹਾਡੇ ਚੱਕੇ ਨੇ, ਜੀ ਸਰ, ਬੜੇ ਪੜ੍ਹੇ ਲਿਖਿਆ ਵਾਲੇ ਜੀ, ਇਹ ਲੋਕਾਂ ਨੂੰ ਸਮਝਾ ਸਕੋਗੇ ਜੀ ਚੰਗੀ ਤਰ੍ਹਾਂ? ਬਾਈ ਜੀ, ਮੈਂ ਹਰੇਕ ਸਪੀਚ 'ਚ ਲੋਕਾਂ ਨੂੰ ਸਮਝਾਉਣਾ। ਕਿਤੇ ਨਾ ਕਿਤੇ ਮੇਰੇ ਤੋਂ ਲੋਕ ਨਾਰਾਜ਼ ਵੀ ਹੋਏ ਨੇ ਵੀ ਯਾਰ ਤੂੰ ਐ ਨਾ ਬੋਲਿਆ। ਮੈਂ ਕਿਹਾ ਯਾਰ ਜੇ ਅੱਜ ਅਸੀਂ ਨਹੀਂ ਬੋਲਾਂਗੇ ਤਾਂ ਕੌਣ ਬੋਲੂ? ਹੁਣ ਕਈ ਥਾਵਾਂ ਤੇ ਮੈਂ ਉਹਨਾਂ ਨੂੰ ਗੱਲ ਕੀਤੀ, ਮੈਂ ਕਿਹਾ ਯਾਰ ਸਾਨੂੰ ਸ਼ੈੱਡ ਜ਼ਰੂਰੀ ਨੇ ਗਊਸ਼ਾਲਾ ਵਾਲੇ, ਜਾਂ ਫਿਰ ਸਾਨੂੰ ਹਸਪੀਟਲ ਜ਼ਰੂਰੀ ਹੈ। ਸ਼ੈੱਡ ਵੀ ਜ਼ਰੂਰੀ ਨੇ, ਸਾਡੀ ਸ਼ਰਧਾ ਜੁੜੀ ਹੋਈ ਹੈ, ਸਾਡੀ ਗਊ ਮਾਤਾ ਜੋ ਵੀ ਸਾਡੀ ਸ਼ਰਧਾ, ਸਾਡੇ ਸੈਂਟੀਮੈਂਟਲਸ ਜੁੜੇ ਹੋਏ ਨੇ, ਜ਼ਰੂਰੀ ਨੇ, ਪਰ ਸਾਡੇ ਇਨਸਾਨ ਤਾਂ ਮਰ ਰਹੇ ਨੇ ਬਈ। ਹਸਪੀਟਲ ਵੀ ਜ਼ਰੂਰੀ ਹੈ ਤੇ ਉਹ ਸਭ ਤੋਂ ਪਹਿਲਾਂ ਜ਼ਰੂਰੀ ਹੈ। ਹੁਣ ਮੈਨੂੰ SMO ਮਿਲੇ ਸੀਗੇ ਜਦੋਂ ਮੈਂ ਇਲੈਕਸ਼ਨ ਪਾਰਟੀ ਜੁਆਇਨ ਵੀ ਨਹੀਂ ਸੀ ਕਰੀ ਹਲੇ, ਤੇ ਉਹ ਮੈਨੂੰ ਕਹਿੰਦੇ, ਮੈਂ ਉਦਾਂ ਹੀ ਪੁੱਛ ਲਿਆ, ਮੈਂ ਕਿਹਾ ਕੀ ਹਾਲ ਹਸਪੀਟਲ ਦਾ? ਕਹਿੰਦਾ ਬੇਟਾ ਬਾਹਰ ਅਟੈਂਡੈਂਟ ਨਹੀਂ, ਸਾਡੇ ਕੋਲੇ ਕੋਈ ਡਾਇਲਿਸਿਸ ਮਸ਼ੀਨ ਨਹੀਂ, ਤੇ ਸਾਡੇ ਕੋਲੇ ਕੋਈ RTA ਸੈਕਸ਼ਨ ਨਹੀਂ। ਮੈਂ ਕਿਹਾ ਜੀ ਵੀ ਫਿਰ ਮੈਂ ਹੱਲ ਕੀ ਹੈ ਇਸ ਚੀਜ਼ ਦਾ? ਹੱਲ ਕਹਿੰਦਾ ਵੀ
ਕੁਛ ਨਾ ਕੁਛ ਗ੍ਰਾਂਟ ਆ ਜੇ ਤੇ ਕੁਛ ਨਾ ਕੁਛ ਅਸੀਂ ਇਹਨੂੰ ਬਣਾ ਕੇ ਭੇਜਾਂਗੇ ਵੀ ਥੋੜੇ ਬਹੁਤ ਬੰਦੇ ਆ ਜਾਣ ਤਾਂ ਵੀ ਸਾਡਾ ਕੰਮ ਚੰਗੇ ਤਰੀਕੇ ਨਾਲ ਹੋ ਸਕਦਾ। ਸੋ ਇਹ ਚੀਜ਼ਾਂ ਨੇ ਵੀ ਇੰਪਲੀਮੈਂਟ ਕਰਨੀਆਂ ਪੈਣਗੀਆਂ। ਹਸਪੀਟਲ ਮੈਨੂੰ ਵੀ ਪਤਾ ਨਹੀਂ ਬਣ ਜਾਂਦਾ ਇੱਕੋ ਦਮ, ਬਹੁਤ ਵੱਡੀ ਚੀਜ਼ ਹੈ, ਪਰ ਅਸੀਂ ਹਸਪੀਟਲ ਦੇ ਸੈਕਸ਼ਨ ਦਾ ਵਧਾ ਸਕਦੇ ਹਾਂ। ਹੁਣ ਜੇ ਮਾਨਸਾ ਮੰਨ ਲਓ ਕਿਸੇ ਦਾ ਇੱਥੇ ਐਕਸੀਡੈਂਟ ਹੋ ਗਿਆ, ਸਿਰ ਪਾੜ ਗਿਆ, ਕਿਸੇ ਦਾ ਕੋਈ ਜ਼ਿਆਦਾ ਡੈਮੇਜ ਹੋ ਗਿਆ, ਸਾਡੇ ਤਾਂ ਜੇ ਲੱਤ ਵੀ ਗਲਤ ਤਰੀਕੇ ਨਾਲ ਟੁੱਟ ਜੇ ਨਾ, ਮਾਨਸਾ ਤੋਂ ਬਠਿੰਡੇ ਵਿੱਚ ਕਾਰ ਜਾਂ ਲੁਧਿਆਣੇ ਵਿੱਚ ਕਾਰ, ਤੁਸੀਂ ਇਹ ਆਪ ਅਬਜ਼ਰਵ ਕਰ ਲਓ। ਮੰਨ ਲਓ ਕਿਸੇ ਨੂੰ ਕੋਈ ਗੋਲੀ ਲੱਗ ਗਈ ਤਾਂ ਸਾਡੇ ਵਾਲਾ ਕੋਲ ਤਾਂ ਵਿਚਾਰੇ ਉਹ ਤਾਂ ਕਹਿੰਦੇ ਵੀ ਚਲੋ ਜੀ ਲੁਧਿਆਣੇ ਨੂੰ ਜਾਓ, ਲੁਧਿਆਣੇ ਜਾਂਦੇ ਜਾਂਦੇ ਜਦੋਂ ਨਹੀਂ ਜਾਂਦੇ। ਸੋ ਇਹ ਚੀਜ਼ਾਂ ਵੀ ਥੋੜਾ ਬਹੁਤ ਤਾਂ ਇੱਥੇ ਜੇ ਭਿੱਖੀ ਹੋ ਜੇ, ਭਿੱਖੇ ਦੇ ਵਿਚਾਰੇ ਮਾਨਸਾ ਨੂੰ ਭਾਈ ਦੇ, ਮਾਨਸਾ ਦੇ ਗਾਂ ਲੁਧਿਆਣੇ ਨੂੰ ਭਾਈ ਦੇ। ਬਚਪਨ ਤੋਂ ਸੁਣੀ ਜਾਂਦੇ ਕਹਿੰਦੇ ਲੁਧਿਆਣੇ ਚ ਕਾਤਾ ਭਾਈ ਪਤਾ ਨਹੀਂ ਬਚੂਗਾ ਆਪਣੇ ਨਾਲ। ਸੋ ਇਹ ਗੱਲ ਹਾਂਜੀ 13 ਪੁਆਇੰਟ ਲਿਖ ਤਾਂ ਦਿੱਤੇ ਜੀ ਸਰ। ਪਹਿਲਾਂ ਜਿੱਤ ਜ਼ਰੂਰੀ ਹੈ, ਫਿਰ ਸਰਕਾਰ ਜ਼ਰੂਰੀ ਹੈ, ਕੰਮ ਪੂਰੇ ਹੋਣਗੇ। ਜੀ ਸਰ। ਜਿੱਤ ਜਾਣੇ ਹੋ ਜੀ ਸਰ। ਸਰਕਾਰ ਨਹੀਂ ਆਉਂਦੀ ਫਿਰ ਇਹ 13 ਪੁਆਇੰਟ ਵਾਲਾ ਕੀ ਬਣੂਗਾ? ਮੈਂ ਉਹੀ ਗੱਲ ਕਹਿਣਾ ਹੁੰਦਾ ਸਰ, ਸਾਰੇ ਲੋਕਾਂ ਨੂੰ ਇਹ ਸਮਝਾਉਣਾ ਹੁੰਦਾ ਕਿ ਭਾਈ ਵੋਟਾਂ ਪਾਓ, ਅੰਨ ਭਗਤੀ ਰੱਬ ਦੀ ਵੀ ਮਾੜੀ, ਅੰਨਾ ਵਿਸ਼ਵਾਸ ਕਿਸੇ ਤੇ ਨਾ। ਤੁਸੀਂ ਸਿੱਧੂ ਮੂਸੇਵਾਲੇ ਨੂੰ ਰੱਖੋ, ਵਿਜੇ ਸਿੰਘ ਨੂੰ ਰੱਖੋ, ਪ੍ਰੇਮ ਅਰੋੜੇ ਨੂੰ ਰੱਖੋ, ਹੋਰ ਕੈਂਡੀਡੇਟ ਐਕਸੈਕਟਰਾ ਜਿਹੜੇ ਹੈਗੇ ਨੇ ਰੱਖੋ, ਤੇ ਉਹਨਾਂ ਦੀ ਕ੍ਰੈਡੀਬਿਲਿਟੀ ਚੈੱਕ ਕਰੋ ਕਿ ਕਿਹੜਾ ਬੰਦਾ ਸਰਕਾਰ ਤੋਂ ਬਿਨਾਂ ਵੀ ਕੋਈ ਕੰਮ ਕਰਾ ਸਕਦਾ। ਸੋ ਦੇਖੋ ਜੀ, ਹਾਲਾਤਾਂ ਦਾ ਤਾਂ ਕਿਸੇ ਨੂੰ ਕੋਈ ਨਹੀਂ ਪਤਾ, ਪਰ ਆਪਣੀ ਇੰਨੀ ਕਹੇਗੀ ਹੈ ਵੀ ਥੋੜੇ ਬਹੁਤ ਨਿੱਜੀ ਕੰਮ ਤਾਂ ਅਸੀਂ ਲਈ ਜਾਵਾਂਗੇ, ਚਾਹੇ ਕੋਈ ਸਰਕਾਰ, ਚਾਹੇ ਜ਼ਮੀਨ ਲੈਣੀ ਪਏ। ਕਰਪਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਦਾ? ਕਰਪਸ਼ਨ ਨੂੰ ਲੈ ਕੇ ਤਾਂ ਭਾਈ ਮੇਰਾ ਬਹੁਤ ਸਟੈਂਡ ਹੈ। ਕਿਉਂ ਸਟੈਂਡ ਹੈ? ਮੈਂ ਕਰਪਸ਼ਨ ਹੀ ਦੇਖ ਰਿਹਾ ਵੀ ਇਹਦੇ ਨਾਲ ਖੁੱਲਾ ਸੌਦਾ ਹੈ। ਤੁਸੀਂ ਸਮਝ ਸਕਦੇ ਹੋ ਨਾ। ਜਦੋਂ ਇੱਕ ਵਾਰੀ ਵਿੱਚ ਆਪਾਂ ਕੀਤਾ ਵੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਪਰਿਵਾਰਾਂ ਦੇ ਬੱਚਿਆਂ ਨੂੰ ਕੀ ਹੈ ਕਿ ਸਾਡੀ ਪੜ੍ਹਾਈ ਮੁਫਤ ਕਰਵਾਈ ਜਾਊਗੀ ਤੇ ਸਰਕਾਰੀ ਨੌਕਰੀ। ਜੀ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਨੇ ਜਿਹੜੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਤਾਂ ਮਿਲ ਚੁੱਕੀ ਹੈ, ਪਰ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਮਜ਼ਦੂਰ ਪਰਿਵਾਰ ਦੇ ਜਿਹੜੇ ਉਹ ਵੀ ਕਰਜ਼ੇ ਦੇ ਬੋਝ ਨਾਲ ਖੁਸ਼ੀਆਂ ਕਰ ਜਾਂਦੇ ਨੇ। ਉਹਨਾਂ ਦੇ ਪਰਿਵਾਰਾਂ ਦੇ ਜੋ ਪਿੱਛੇ ਬੱਚੇ ਰਹਿ ਜਾਂਦੇ ਨੇ, ਉਹਨਾਂ ਦੇ ਹਾਲਾਤ ਬਹੁਤ ਮਾੜੇ ਹੁੰਦੇ ਨੇ। ਉਹਨਾਂ ਦੇ ਲਈ ਕੀ ਹੋਊਗਾ? ਪਤਾ ਕੀ ਗੱਲ, ਐਮਐਲਏ ਕੋਲ ਨਾ ਇੱਕ ਫੰਡ ਹੁੰਦਾ ਹੈ, ਕੀ ਕਹਿੰਦੇ ਡਿਸਕ੍ਰਿਸ਼ਨਰੀ ਫੰਡ ਹੁੰਦਾ ਹੈ, ਤੇ ਉਹ ਫੰਡ ਦੇ ਵਿੱਚੋਂ ਅਸੀਂ ਕੋਈ ਨਾ ਕੋਈ ਐਡਜਸਟਮੈਂਟ ਕਰ ਸਕਦੇ ਹਾਂ। ਉਹ ਸਪੈਸ਼ਲੀ ਇਹਨਾਂ ਚੀਜ਼ਾਂ ਵਾਸਤੇ ਹੁੰਦਾ। ਹੁਣ ਤੁਸੀਂ, ਮੈਂ ਹਲਕਾ ਇੰਚਾਰਜ ਸੀਗਾ, ਸਾਡੇ ਜਿੰਨੇ ਇੱਥੇ ਕਿਸਾਨਾਂ ਦੀ, ਹਾਂਜੀ ਸਰ, ਕਿਹੜੇ ਐਮਐਲਏ ਨੂੰ ਵੋਟ ਆਏ ਹੈ ਜੀ, ਹੁੰਦਾ ਹੈ ਭਾਈ ਜੀ, ਡਬਲ ਚੈੱਕ ਕਰੋ ਸਰ। ਪਤਾ ਕੀ ਗੱਲ, ਉਹੀ ਤਾਂ ਗੱਲ ਹੈ ਨਾ ਜੀ ਸਰ, ਹੁੰਦਾ ਹੈ ਜੀ ਸਰ, ਪਲੀਜ਼ ਡਬਲ ਚੈੱਕ, ਕਨਫਰਮ ਐਂਡ ਟਾਕ ਜੀ। ਨਸ਼ੇ ਨੂੰ ਲੈ ਕੇ ਕੀ ਕਹੋਗੇ ਜੀ? ਮਾਨਸਾ ਜ਼ਿਲ੍ਹੇ ਦੇ ਵਿੱਚ ਨਸ਼ਾ ਸਰ ਮੈਂ ਤੁਹਾਡਾ ਕੁਐਸਚਨ ਵਿੱਚ ਆਇਆ, ਬੋਲੋ। ਹਾਂ ਕੀ ਦੁਬਾਰਾ ਕੀ ਕਹਿੰਦੇ ਤੁਸੀਂ? ਇਹ ਗੱਲ ਸੀ ਕਿ ਤੁਸੀਂ ਕਿਹਾ ਗਾ ਵੀ ਕਿਸਾਨ ਅੰਦੋਲਨ ਦੌਰਾਨ ਹਾਂ, ਮੈਂ ਤੁਹਾਨੂੰ ਗੱਲ ਦੱਸ ਰਿਹਾ ਸੀ ਕਿ ਮੈਂ ਇੱਕ ਹਲਕਾ ਇੰਚਾਰਜ ਸੀਗਾ। ਸਾਡੇ ਘੱਟੋ ਘੱਟ 15 ਤੋਂ 16 ਕਿਸਾਨ ਸੀਗੇ ਪਿੰਡਾਂ ਦੇ। ਮੇਰੇ ਕੋਲੇ ਬਾਪੂ ਜੀ ਆਏ, ਉਹਨਾਂ ਦੇ ਜਿਹੜੇ ਚੈੱਕ ਸੀ, ਮੇਰੀ ਖਬਰ ਵੀ ਲਾਈ ਕਿਸੇ ਨੇ ਵੀ ਚੈੱਕ ਉਹ ਵੰਡ ਕੇ ਆਇਆ, ਚੈੱਕ ਵੰਡ ਕੇ ਆਇਆ ਡਾਕਟਰੀ। ਉਸ ਦੇ ਵਿੱਚ ਮੈਂ ਕੁਝ ਵੰਡਿਆ ਨਹੀਂ ਸੀ। ਮੈਂ ਇੱਕ ਦੋ ਫੋਨ ਕੀਤੇ ਸੀ ਉਹਨਾਂ ਦੇ, ਭਾਈ ਵੀ ਨੇ ਡਾਕਟਰੀ ਕਿਉਂ ਨਹੀਂ ਹੁੰਦੀ, ਇੰਪਲੀਮੈਂਟੇਸ਼ਨ ਕਿਉਂ ਨਹੀਂ ਹੋ ਰਹੀ? ਜਦੋਂ ਸਰਕਾਰ ਨੇ ਅਨਾਉਂਸ ਕੀਤਾ ਵੀ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ ਤਾਂ ਉਹਦੀ ਡਾਕਟਰੀ ਕਿਉਂ ਨਹੀਂ ਹੋ ਰਹੀ? ਕੱਲ ਨੂੰ ਚੋਣ ਜਾਬਤਾ ਲੱਗ ਜਾਊ, ਦੁਬਾਰਾ ਨੌਕਰੀ ਕਿਹਨੇ ਦੇਣੀ ਹੈ? ਸੋ ਮੈਂ ਉਦੋਂ ਵੀ ਕਰਵਾਇਆ, ਤੇ ਮੈਨੂੰ ਜਦੋਂ ਹੋ ਗਿਆ ਉਹਨਾਂ ਡਾਕਟਰੀ ਵਗੈਰਾ, ਮੈਨੂੰ ਬਾਪੂ ਜੀ ਨੇ ਥੈਂਕਸ ਕਰਨ ਵਾਸਤੇ ਬੁਲਾਇਆ ਉੱਥੇ ਵੀ ਭਾਈ ਮੈਂ ਤੈਨੂੰ ਸਾਰੇ ਕਿਸਾਨਾਂ ਨਾਲ ਮਿਲਾਉਣਾ ਤੇ ਮੈਨੂੰ ਦੱਸਣਾ ਚਾਹੁੰਦਾ ਵੀ ਕਿਹਦੀ ਵਜ੍ਹਾ ਕਰਕੇ ਹੋਇਆ। ਉਦੋਂ ਦੀ ਖਬਰ ਲਾਤੀ ਵੀ ਸਿੱਧੂ ਮੂਸੇਵਾਲੇ ਨੇ ਚੋਣ ਜਾਬਤੇ ਦੀਆਂ ਉਲੰਘਣਾ ਕੀਤੀ, ਫਲਾਣਾ ਕੀਤਾ, ਝਗੜਾ ਕੀਤਾ। ਉਦੋਂ ਮੈਨੂੰ ਉਹਨੇ ਬੁਲਾਇਆ ਸੀ। ਸੋ ਸਾਡੀ ਕੋਸ਼ਿਸ਼ ਇਹੀ ਹੈ ਵੀ ਜੋ ਪਹਿਲਾਂ ਵਾਲੇ ਵੀ ਕਿਸਾਨਾਂ ਦੀ ਸ਼ਹੀਦੀ ਹੋਈ ਹੈ ਵੀ ਉਹਨਾਂ ਨੂੰ ਕੋਈ ਨਾ ਕੋਈ ਨੌਕਰੀ ਮਿਲ ਜੇ, ਤੇ ਉਹ ਮਿਲ ਜੂ। ਤੇ ਦੂਜੀ ਗੱਲ ਇਹ ਹੈ, ਹਾਂਜੀ ਸਰ, ਕੋਈ ਤੇ ਦੂਜੀ ਗੱਲ ਇਹ ਹੈ ਵੀ ਜਿਹੜੀ ਆ ਪ੍ਰਾਇਮਰੀ ਤੋਂ ਵੱਧ ਤੱਕ ਮੁਫਤ ਸਿੱਖਿਆ। ਹੁਣ ਮੈਂ ਪਹਿਲਾਂ ਤਾਂ ਐਮਐਲਏ ਹੈ ਨਹੀਂ ਸੀ, ਆਪਾਂ ਨੂੰ ਤਾਂ 4 ਮਹੀਨੇ ਹੋ ਗਏ ਜਿਹੜਾ ਉਹ ਸੈਂਟਰ ਜਿਹਾ ਖੋਲਿਆ ਆਪਾਂ। ਮੇਰੇ ਤਾਇਆ ਜੀ ਨੇ ਸੈਂਟਰ ਖੋਲਿਆ। ਇਹ ਕਹਿੰਦੇ ਵੀ ਭਾਈ ਤੂੰ ਪ੍ਰਮੋਸ਼ਨ ਕਰ, ਵੀ ਤੂੰ ਸਾਡਾ ਮੁੰਡਾ ਹੈ, ਤੂੰ ਕਹਿ ਮਾੜਾ ਮੋਟਾ ਵੀ ਅਸੀਂ ਖੋਲਿਆ ਹੋਇਆ। ਤੇ ਮੈਂ ਇਹਨੂੰ ਇੱਕ ਪੁਆਇੰਟ ਰੱਖਿਆ, ਮੈਂ ਕਹਿੰਦਾ ਜੀ ਆਪਾਂ ਐ ਕਰੀਏ ਵੀ ਜਿੰਨੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਨੂੰ ਮੁਫਤ ਕਰਾ ਦਿਓ, ਮੈਂ ਪ੍ਰਮੋਸ਼ਨ ਵੀ ਕਰ ਦਿੰਦਾ। ਤੇ ਅਸੀਂ ਉਹ ਪੁਆਇੰਟ ਐਡ ਕੀਤਾ ਜਦੋਂ ਮੇਰਾ ਸਰਕਾਰ ਚਲਾਉਣ ਦਾ ਚਾਂਸ ਹੀ ਨਹੀਂ ਸੀ। ਸੋ ਮੈਂ ਤਾਂ ਆਪਣੇ ਲੈਵਲ ਤੇ ਵੀ ਕੋਈ ਨਾ ਕੋਈ ਕੋਸ਼ਿਸ਼ ਕਰੀ ਹੈ। ਅਸੀਂ ਉੱਥੇ ਸਿੱਖਿਆ ਜਿੰਨਾਂ ਦੇ
ਜਵਾਬ ਜਿਨ੍ਹਾਂ ਦੇ ਫਾਦਰ ਜਾਂ ਕੋਈ ਸ਼ਹੀਦ ਹੋ ਗਿਆ ਉਹਨਾਂ ਨੂੰ ਫ੍ਰੀ ਆਈਲੈਟਸ ਦੀ ਜਿਹੜੀ ਹੈਗੀ ਟ੍ਰੇਨਿੰਗ ਅਸੀਂ ਕਰ ਦਿੰਦੇ ਹਾਂ। ਸਿੱਧੂ ਸਾਹਿਬ, ਨਸ਼ਾ ਸਾਡੀ ਜਵਾਨੀ ਨੂੰ ਖਾ ਰਿਹਾ ਜੀ, ਬਹੁਤ ਜ਼ਿਆਦਾ ਨਸ਼ਾ ਹੈ, ਉਹਨੂੰ ਕਿਵੇਂ ਰੋਕੋ? ਨਸ਼ਾ ਜੀ ਹੁਣ ਮੈਂ ਤੁਹਾਨੂੰ ਦੱਸਦਾ, ਜਦੋਂ ਮੈਂ ਸਰਪੰਚ ਦੀ ਇਲੈਕਸ਼ਨ ਲੜੀ ਹੈ, ਮੇਰੇ ਮਾਤਾ ਜੀ ਨੇ ਲੜੀ ਹੈ, ਚਲੋ ਮੈਂ ਗਿਆ ਨਾ ਮੈਂ ਲੜੀ ਹੈ ਕਿਉਂਕਿ ਕੰਪੇਨ ਸਾਰੀ ਮੈਂ ਹੀ ਸਾਂਭੀ ਹੈ। ਸਾਡੇ ਪਿੰਡ 11 ਨਜਾਇਜ਼ ਸ਼ਰਾਬ ਦੇ ਡੱਬੇ ਚੱਲਦੇ ਸੀ। ਉਹ ਕਿਉਂ ਚੱਲਦੇ ਸੀ? ਕਿਉਂਕਿ ਜਿਹੜੀ ਪਿੰਡਾਂ ਦੇ ਠੇਕੇ ਤੋਂ ਆਉਂਦੀ ਸੀ ਪੰਜਾਬੀ ਮਾਰਕਾ ਸ਼ਰਾਬ ਸੀ, ਜਿਹੜੀ ਪੰਜਾਬ ਗਵਰਨਮੈਂਟ ਇਸ਼ੂ ਕਰਦੀ ਹੈ ਬਾਈ ਲਾਇਸੈਂਸ, ਜਿਹੜੀ ਵਿਕਦੀ ਹੈ 2 ਨੰਬਰ ਤੋਂ ਬਾਰਡਰ ਤੋਂ, ਕਿਉਂਕਿ ਬਾਰਡਰ ਨੇੜੇ ਪੈਂਦਾ ਸਾਨੂੰ। ਜਿਹੜੀ ਬੋਤਲ 300 ਦੀ ਵਿਕਦੀ ਸੀ ਉਹ 150 ਦੀ ਵਿਕਦੀ ਹੈ। ਤੇ ਉਹ ਕੀ ਸੀ, ਉਹ 150 ਦੀ ਬੋਤਲ ਵਿਕ ਕੇ ਵੀ ਉਹ ਹੋਮ ਡਿਲੀਵਰੀ ਕਰਦੇ ਸੀ 150 ਚ। ਦੁੱਧ ਦੀਆਂ ਕਿੰਨੀਆਂ ਉਹ ਘਰਾਂ ਤੱਕ ਫੜਾਉਣ ਆਉਂਦੇ ਸੀ ਤੇ ਬੁੜੀਆਂ ਬਹੁਤ ਪਰੇਸ਼ਾਨ ਸੀ। ਤੇ ਜਦੋਂ ਮੈਂ ਸਰਪੰਚੀ ਚ ਖੜਾ ਹੋਇਆ ਤੇ ਮੈਨੂੰ ਪਿੰਡ ਵਾਲੇ ਕਹਿੰਦੇ ਵੀ ਭਾਈ ਇਸ ਤਾਂ ਸ਼ਰਾਬ ਪੀਣੀ ਹੈ। ਤੇ ਸਾਡੇ ਪਿੰਡ ਦੀਆਂ ਲੇਡੀਜ਼ ਨੇ ਮੁੱਦਾ ਚੱਕਿਆ ਸੀ ਵੀ ਭਾਈ ਤੂੰ ਸਰਪੰਚੀ ਜਿੱਤ, ਤੈਨੂੰ ਜਿਤਾਉਣੇ ਆ, ਪਰ ਸ਼ਰਾਬ ਬੰਦ ਹੋਣੀ ਚਾਹੀਦੀ। ਸਿੱਧੂ ਸਾਹਿਬ, ਸ਼ਰਾਬ ਤੋਂ ਇਲਾਵਾ ਹੋਰ ਵੀ ਨਸ਼ੇ ਤੇ ਮੈਂ ਤੁਹਾਨੂੰ ਦੱਸਦਾ ਵੀ ਉਹ ਸ਼ਰਾਬ ਬੰਦ ਹੋਣੀ ਚਾਹੀਦੀ ਹੈ। ਤੇ ਜਦੋਂ ਮੈਂ ਸਰਪੰਚੀ ਜਿੱਤੀ, ਮੈਂ ਪਹਿਲੇ ਦਿਨ ਉਹ ਅੱਜ ਸਾਡੇ ਇੱਕ ਵੀ ਤੁਪਕਾ ਸ਼ਰਾਬ ਦਾ ਨਹੀਂ ਵਿਕਦਾ, ਪਰ ਸ਼ਰਾਬ ਤੋਂ ਬਾਅਦ ਹੋਰ ਅਲਾਮਤਾਂ ਆ ਗਈਆਂ। ਹੁਣ ਇੱਕ ਸਿਗਨੇਚਰ ਕੈਪਸੂਲ ਆਉਂਦੇ ਨੇ ਨਿੱਕੇ ਨਿੱਕੇ, ਮੈਂ ਉਹਨਾਂ ਦੇ ਸਾਲਟ ਲਿਖ ਕੇ ਆਈਜੀ ਸਾਹਿਬ ਨੂੰ ਭੇਜੇ ਕਿਉਂਕਿ ਸਾਡੇ ਬਜ਼ੁਰਗ ਖਾਂਦੇ ਨੇ, ਉਹ ਹਲੇ ਨਹੀਂ ਹਟਦੇ। ਹੁਣ ਮੈਂ ਉਹਨਾਂ ਦਾ ਭੇਜੋ ਤਾਂ ਸਾਲਟ ਬੰਦ ਕਰਾਤਾ। ਹੁਣ ਉਹਨਾਂ ਦੀ ਥਾਂ ਤੇ ਇੱਕ ਹੋਰ ਆ ਗਏ ਨੀਲੇ ਜਿਹੇ ਕੈਪਸੂਲ। ਉਹ ਇੱਕ ਦਿਨ ਬੈਠੇ ਬਜ਼ੁਰਗ ਮੈਨੂੰ ਐ ਕੁਣੀ ਮਾਰ ਕੇ ਉਹ ਕਹਿੰਦਾ ਫੋੜ ਦੀ ਫੋੜ। ਮੈਂ ਫੋੜ ਇੱਧਰ ਦੇਖੀ ਵੀ ਫੋੜ ਟਰੈਕਟਰ ਦੀ ਗੱਲ ਕਰਦੇ ਆ, ਉਹਨੇ ਨੀਲਾ ਕੈਪਸੂਲ ਹਫ਼ਤੇ ਤੱਕ। ਸੋ ਗੱਲ ਇਹ ਹੈ ਕਿ ਕਲਚਰ ਬਣ ਗਿਆ। ਜੇ ਹੁਣ ਮੈਂ ਕਹਾਂ ਵੀ ਮੈਂ ਇੱਕੋ ਦਿਨ ਦੇ ਵਿੱਚ ਚੁਟਕੀ ਮਾਰੂਗਾ ਤੇ ਸ਼ੂ ਮੰਤਰ ਕਰ ਦੂੰ, ਸਾਰਾ ਕੁਝ ਨਹੀਂ ਕਰ ਸਕਦੇ, ਪਰ ਅਸੀਂ ਸਟਾਰਟ ਕਰ ਸਕਦੇ ਹਾਂ। ਜਿਵੇਂ ਆਪਦੇ ਪਿੰਡ ਤੋਂ ਸਟਾਰਟ ਕੀਤਾ ਤਾਂ ਆਪਣੇ ਜ਼ਿਲ੍ਹੇ ਤੱਕ ਲੈ ਕੇ ਜਾਣਾ। ਥੋੜਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਇਹੀ ਹੈ, ਕਰਨ ਨੂੰ ਕੁਝ ਵੀ ਨਹੀਂ। ਜੇ ਇੱਕ ਐਗਜ਼ਾਮਪਲ ਸੈੱਟ ਕਰਤੀ, ਇੱਕ ਬੰਦੇ ਤੇ ਪਰਚਾ ਹੋ ਗਿਆ ਤਰੀਕੇ ਨਾਲ, ਬਾਕੀ ਸਾਰੇ ਤੋਂ ਵਿਗੜੋਗੇ। ਸੋ ਲੋੜ ਹੈ ਕਿਉਂਕਿ ਸਿਸਟਮ ਹੀ ਕੋਈ ਗੱਲ ਹੈ, ਕਰਪਸ਼ਨ ਦੀ ਗੱਲ ਹੈ, ਕਹਿੰਦੇ ਕਰਪਸ਼ਨ ਤੇ ਕੀ ਕਰੋਗੇ ਵੀ? ਕਰਪਸ਼ਨ ਤਾਂ ਵੀ ਮੈਂ ਇਹ ਕਹਿਣਾ ਵੀ ਵਰਕਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਕੀ ਕਰਾਂਗੇ ਦੱਸੋ? ਸਾਰਾ ਸਿਸਟਮ ਹੀ ਹੋਸ਼-ਪੋਸ਼ ਹੈ। ਜੇ ਸਮਝਣਾ ਜਾਵੇ ਇਲੈਕਸ਼ਨ ਦੌਰਾਨ ਤੁਸੀਂ ਕਿਸੇ ਤਰ੍ਹਾਂ ਦੇ ਨਸ਼ੇ ਦੀ ਵੰਡ ਨਹੀਂ ਕਰੋਗੇ? ਬਾਈ ਜੀ ਮੈਂ ਸਖਤ ਖਿਲਾਫ ਹਾਂ, ਸਖਤ ਖਿਲਾਫ ਹਾਂ। ਮੈਂ ਮੂਸੇ ਪਿੰਡ ਦੀ ਇਲੈਕਸ਼ਨ ਕੱਲੀ ਮੂੰਗਫਲੀ ਸਿਰ ਤੇ ਜਿੱਤੀ ਸੀ। ਸਾਡੇ 31 ਸਾਲਾਂ ਦਾ ਇਤਿਹਾਸ ਹੈ ਸਾਡੇ ਪਿੰਡ ਦਾ। ਤੁਸੀਂ ਪੁੱਛ ਲਓ ਸਾਡੇ ਪਿੰਡ ਦੇ ਮੁੰਡੇ ਬੈਠੇ ਆ, ਸਾਡੇ ਅੱਜ ਤੱਕ ਕੋਈ ਸ਼ਰਾਬ ਤੋਂ ਬਿਨਾਂ ਇਲੈਕਸ਼ਨ ਨਹੀਂ ਜਿੱਤਿਆ। ਤੇ ਅਸੀਂ ਪਹਿਲੇ ਬੰਦੇ ਇਹਨਾਂ ਨੇ ਕੱਲੀ ਮੂੰਗਫਲੀ ਤੇ ਜਿੱਤਿਆ। 1 ਲੱਖ ਰੁਪਇਆ ਸਾਡਾ ਖਰਚਾ ਸੀ, ਸਣੇ ਪੋਸਟਰਾਂ ਤੋਂ ਲੈ ਕੇ ਖਾਣ ਪੀਣ ਦੇ ਖਰਚੇ ਤੱਕ, ਤੇਲ ਤੂਲ ਇਲੈਕਸ਼ਨ ਦਾ। ਸੋ ਤੇ ਦੂਜੀ ਵਾਰ ਮੈਨੂੰ ਕਹਿੰਦੇ ਵੀ ਤੂੰ ਨਸ਼ੇ ਤੇ ਕੀ ਸਟੈਂਡ ਹੈ ਤੇਰਾ? ਮੈਂ ਅਜੇ ਤੱਕ ਨਸ਼ੇ ਦੇ ਹੱਕ 'ਚ ਹੀ ਨਹੀਂ ਬੋਲਦਾ, ਨਸ਼ੇ ਦਾ ਨਾਂ ਹੀ ਨਹੀਂ ਲਿਆ ਮੈਂ ਕਦੇ। ਮੇਰਾ ਇਹੀ ਬਾਈਕਾਟ, ਮੈਂ ਨਸ਼ੇ ਦੇ ਖਿਲਾਫ। ਪਹਿਲਾਂ ਮੈਨੂੰ ਇਹ ਲੱਗਦਾ ਹੁੰਦਾ ਸੀਗਾ ਵੀ ਇਕੱਲੇ ਸਾਡੀ ਬਰਾਦਰੀ ਵਾਲੇ ਵਾਲੇ ਪੀਂਦੇ ਨੇ, ਮੈਂ ਕਹਿੰਦਾ ਦੂਜੇ ਵਾਲੇ ਪੀਂਦੇ ਨੇ, ਉਹਨਾਂ ਦਾ ਦੂਜਿਆਂ 'ਚ ਵੀ ਰਹਿਣਾ, ਸਾਰਿਆਂ 'ਚ ਭਰਾਵਾਂ 'ਚ ਵੀ, ਦੂਜੀਆਂ ਬਰਾਦਰੀਆਂ 'ਚ ਰਹਿਣਾ। ਸੋ ਇਹ ਤਾਂ ਕਲਚਰ ਬਣ ਗਿਆ ਬਾਈ, ਜੂਸ ਹੀ ਬਣਾ ਰੱਖੀ ਹੈ ਸ਼ਰਾਬ ਦਾ, ਹਰੇਕ ਫੰਕਸ਼ਨ ਤੇ ਸ਼ਰਾਬ, ਹਰੇਕ ਡਿਨਰ ਤੇ ਸ਼ਰਾਬ। ਸੋ ਅੱਜ ਸ਼ਾਇਦ ਇੱਥੇ ਤਾਂ ਨਾ ਹੋਵੇ ਭਾਈ, ਸ਼ਰਾਬ ਤੋਂ ਬਿਨਾ ਆਪਾਂ ਗੱਲ ਕਰੀਏ ਚਿੱਟਾ ਹੈਗਾ ਗਾ, ਫੀਮ ਹੈਗੀ ਹੈਗੀ, ਭੁੱਕੀ ਹੈਗੀ ਆ, ਨਾ ਨਜਾਇਜ਼ ਹੀ ਤਸਕਰ ਤੁਰੇ ਫਿਰਦੇ ਇੱਥੇ। ਪਤਾ ਕੀ ਗੱਲ ਹੈ, ਹੁਣ ਮੈਂ ਇੱਕ ਨਿੱਕੀ ਜਿਹੀ ਐਗਜ਼ਾਮਪਲ ਹੋਰ ਦਿੰਦਾ। ਇੱਕ ਪਿੰਡ ਹੈ ਨਾਮ ਨਹੀਂ ਲੈਣਾ ਉਸ ਪਿੰਡ ਦਾ, ਅੱਜ ਵੀ ਮੈਂ ਉੱਥੇ ਜਾ ਕੇ ਆਇਆ। ਮੈਂ ਤੋਂ 15 ਦਿਨ ਪਹਿਲਾਂ ਚੈੱਕ ਵੰਡਣ ਗਿਆ ਉੱਥੋਂ ਦੀ ਇੱਕ ਲੇਡੀ ਆਈ, ਉਹ ਕਹਿੰਦੀ ਪੁੱਤ ਵੀ ਘਰ ਪੱਟੇ ਗਏ ਸਾਡੇ, ਤਸ ਲੈ ਕੇ ਮਾਰ ਦੇ। ਹੁਣ ਆਪਾਂ ਜੋ ਰੈਪਿਡ ਰਿਐਕਸ਼ਨ ਕਰਦੇ ਹੁੰਦੇ ਤੁਹਾਨੂੰ ਪਤਾ ਹਰੇਕ ਚੀਜ਼ ਤੇ। ਮੈਂ ਕਿਹਾ ਮਾਤਾ ਮੈਨੂੰ 9 ਦੇ ਬੰਦਿਆਂ ਨੇ ਮੈਂ ਅੱਜ ਹੀ ਪਰਚਾ ਕਰਾ ਕੇ ਚੁਕਾਵਾਂ ਸਾਰੇ। ਨਸ਼ਾ ਬੰਦ ਕਰ ਦਿੰਦੇ ਪਿੰਡ ਚੋਂ। ਕਿਹੜੀ ਪੁੱਤ ਮੈਂ ਭੇਜਦੀ ਐਪਲੀਕੇਸ਼ਨ, ਮੈਂ ਕੰਪਲੇਂਟ ਨੰਬਰ ਭੇਜਦੀਆਂ, ਤੂੰ ਥਾਣੇਦਾਰ ਨੂੰ ਫੋਨ ਕਰ ਵੀ ਉਹਨਾਂ ਦੀ ਸਖਤੀ ਕਰੇ। ਮੈਂ ਕਰ ਦਿੰਦਾ। ਮੈਂ ਥਾਣੇਦਾਰ ਨੂੰ ਫੋਨ ਕੀਤਾ, ਕਹਿੰਦਾ ਕੋਈ ਕੰਪਲੇਂਟ ਨਹੀਂ। ਫਿਰ ਮੈਂ ਸਰਪੰਚ ਨੂੰ ਪੂਰੇ 1 ਹਫ਼ਤਾ ਫੋਨ ਕਰਦਾ ਰਿਹਾ। ਉਹ ਕਹਿੰਦਾ ਬਾਈ ਜੀ ਤੁਸੀਂ ਤਾਂ ਅੱਜ ਸਾਡੇ ਪਿੰਡ ਆਏ ਹੋ, ਮੈਂ 3 ਸਾਲਾਂ ਤੋਂ ਸਰਪੰਚ ਹਾਂ ਇਸ ਪਿੰਡ ਦਾ। ਪਹਿਲਾਂ ਸਾਡੇ ਪੁਰਖੇ ਸੀ, ਅਸੀਂ 20 ਸਾਲਾਂ ਤੋਂ ਇਸੇ ਕਿੱਤੇ 'ਚ ਸਾਡੇ ਪਿੰਡ ਦੇ ਵਿੱਚ ਉਦੋਂ ਨਸ਼ਾ ਵਿਕਦਾ ਹੈ। ਸਾਰੇ ਕਹਿੰਦੇ ਨੇ ਵੀ ਨਸ਼ਾ ਬੰਦ ਹੋਣਾ ਚਾਹੀਦਾ, ਪਰ ਕੰਪਲੇਂਟ ਕਰਨ ਨੂੰ ਪੂਰੇ ਪਿੰਡ ਨੂੰ ਕੋਈ ਰਾਜ਼ੀ ਨਹੀਂ। ਲੋਕ ਇਹ ਕਹਿੰਦੇ ਨੇ ਵੀ ਸਮਾਜ ਸੁਧਰ ਜੇ ਪਰ ਸੁਧਾਰੇ ਕੋਈ ਹੋਰ। ਹਰੇਕ ਕਹਿੰਦਾ ਵੀ ਭਗਤ ਸਿੰਘ ਜੰਮੇ ਪਰ ਸਾਡੇ ਘਰੇ ਨਾ ਜੰਮੇ, ਸਾਡਾ ਮੁੰਡਾ। ਸੋ ਉਹੀ ਗੱਲ ਹੈ ਵੀ ਜੇ ਕੋਈ ਵੀ ਸੁਧਾਰ ਸ਼ੁਰੂ ਹੋਊਗਾ, ਇਮਾਨਦਾਰੀ ਦੀ ਉਮੀਦ ਕਰਾਂਗੇ ਵੀ ਇਮਾਨਦਾਰ ਲੀਡਰ ਚਾਹੀਦੇ ਨੇ, ਤਾਂ ਇਮਾਨਦਾਰ ਵੋਟਰ ਬਣਨਾ ਪੈਣਾ ਪਹਿਲਾਂ, ਫਿਰ ਇਮਾਨਦਾਰ ਲੀਡਰ ਹੋਊਗਾ। ਸੋ ਇਹ ਚੀਜ਼ਾਂ ਸਿੱਧੂ ਭਾਈ ਸਭ ਤੋਂ ਵੱਡੀ ਗੱਲ ਆ ਇੱਕ ਮਿੰਟ ਸ਼ਰਾਬ ਦੀਆਂ ਫੈਕਟਰੀਆਂ ਹੈਗੀਆਂ, ਹੈ ਜੀ। ਕਾਂਗਰਸ ਕੁਝ ਅਜਿਹੇ ਲੀਡਰ ਜਿਨ੍ਹਾਂ ਨੇ ਖੁਦ ਦੀਆਂ ਸ਼ਰਾਬ ਦੀਆਂ ਫੈਕਟਰੀਆਂ, ਤੁਹਾਡੀ ਕੀ ਨੀਤੀ ਕੀਤੀ ਹੈ ਵੀ ਅਜਿਹੇ ਲੀਡਰਾਂ ਨੂੰ ਰੋਲ ਮਾਡਲ ਬਣਨਾ ਚਾਹੀਦਾ ਨਸ਼ਿਆਂ ਦੇ ਖਿਲਾਫ? ਸ਼ਰਾਬ ਪੀਂਦੇ ਕੌਣ ਆ ਬਈ?
ਡਿਮਾਂਡ ਕਿੱਥੋਂ ਆਉਂਦੀ ਹੈ ਸ਼ਰਾਬ ਦੀ? ਚਲੋ ਉਹਨਾਂ ਦੀ ਬੰਦ ਕਰਵਾ ਦਿੰਦੇ, ਕੋਈ ਹੋਰ ਖੋਲ ਦੂ। ਨਹੀਂ ਉਹ ਜਨਤਾ ਦੀ ਅਗਵਾਈ ਕਰਨ ਵਾਲੇ ਸਰ। ਨਹੀਂ, ਮੈਨੂੰ ਇਹ ਦੱਸੋ, ਜੇ ਤਾਂ ਉਹ ਲੀਡਰ ਘਰੇ ਬੋਤਲ ਫੜਾ ਕੇ ਆਉਂਦਾ ਹੈ, ਦੈਟਸ ਅ ਬੈਡ ਥਿੰਗ। ਜੇ ਕਿਸੇ ਨੂੰ ਫੜਾ ਕੇ ਵੀ ਤੂੰ ਪੀ 20 ਰੁਪਏ ਸਸਤੀ ਕਰਦਾ, 50 ਰੁਪਏ ਸਸਤੀ ਕਰਦਾ, ਦੈਟਸ ਅ ਬੈਡ ਥਿੰਗ। ਕਿਸੇ ਨੂੰ ਮਜਬੂਰ ਕਰਦਾ। ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਰੈਵਨਿਊ ਹੀ ਸ਼ਰਾਬ ਦੇ ਰਹੀ ਹੈ 10,000 ਕਰੋੜ ਸਾਲ ਦਾ। ਸੋ ਅਸੀਂ ਕਿੱਥੇ ਜੇ ਖੜੇ ਆ? ਅੱਜ ਮੈਨੂੰ ਇੱਕ ਮੈਡਮ ਨੇ ਪੁੱਛਿਆ, ਚੱਜ ਦੇ ਵਿਚਾਰ ਵਾਲੇ ਮੈਡਮ ਨਾਲ ਇੰਟਰਵਿਊ ਸੀ ਮੇਰਾ, ਉਹ ਕਹਿੰਦੀ ਸ਼ਰਾਬ ਪੀਂਦੇ ਆ ਲੋਕ, ਸ਼ਰਾਬ ਤਾਂ ਨਹੀਂ ਪੀਓਗੇ, ਫਲਾਣਾ ਤਾਂ ਨਹੀਂ ਕਰੋਗੇ, ਲੀਡਰ ਸ਼ਰਾਬ ਪੀਉਂਦੇ ਨੇ। ਮੈਂ ਕਿਹਾ ਜੀ ਕਿਸੇ ਲੀਡਰ ਕੋਲੇ ਇੰਨਾ ਪੈਸਾ ਨਹੀਂ ਤੇ ਨਾ ਕੋਈ ਇੰਨਾ ਕਮਲਾ ਵੀ ਲੋਕ ਆਈ ਲੜਾਈ ਚੱਲੇ। ਜੇ ਡਿਮਾਂਡ ਹੈ ਤਾਂ ਸਪਲਾਈ ਹੈ, ਜੇ ਡਿਮਾਂਡ ਨਹੀਂ ਹੋਊਗੀ ਤਾਂ ਕਦੇ ਸਪਲਾਈ ਨਹੀਂ ਹੋਊਗੀ। ਜੀ ਸਰ, ਕੋਈ ਕੁਐਸਚਨ? ਬਈ ਤੁਸੀਂ ਗੱਲ ਕਰੀ ਹੈਗੀ ਵੀ ਹਸਪਤਾਲ ਪਹਿਲੇ ਦੇ ਆਧਾਰ ਤੇ ਹੋਣਗੇ। ਲਗਾਤਾਰ ਨਾ ਲੰਬਾ ਸਮਾਂ ਪਹਿਲਾਂ ਇੱਕ ਸੰਘਰਸ਼ ਚੱਲਿਆ ਸੀਗਾ, ਗਊਆਂ ਤੇ ਬੱਚੇ ਜਿਹੜੇ ਸੜਕਾਂ ਤੇ ਤੁਰੇ ਫਿਰਦੇ ਜੀ। ਆ, ਐਕਸੀਡੈਂਟ ਹੁੰਦੇ ਸੀ, ਪਰ ਗੱਲਾਂ ਵੀ ਹੋ ਗਈਆਂ। ਮੁੱਖ ਮੰਤਰੀ ਦਾ ਬੇਟਾ ਵੀ ਕਹਿੰਦਾ ਵੀ ਹੱਲ ਹੋ ਜੂ, ਅੱਜ ਤੱਕ ਹੱਲ ਨਹੀਂ ਹੋਇਆ। ਉਹਦੇ ਬਾਰੇ ਕੀ ਹੋਊਗਾ? ਕੋਈ ਪਹਿਲੇ ਦਾ ਕਿਹੜੇ ਮੁੱਖ ਮੰਤਰੀ ਦਾ ਬੇਟਾ ਸੀ? ਜਿਹੜੇ ਪਹਿਲਾਂ ਹੁਣ ਕੈਪਟਨ ਸਾਹਿਬ ਵਾਲੇ ਤਾਂ ਕੀ ਗੱਲ ਕਰੀਏ? ਨਹੀਂ ਚਲੋ ਫਿਰ ਵੀ ਹੁਣ ਅੱਗੇ ਵੀ ਐਕਸੀਡੈਂਟ ਤਾਂ ਹੋਣੀ ਹੈ। ਕੈਪਟਨ ਸਾਹਿਬ ਚਾਹੇ ਨਹੀਂ ਹੋਣ, ਪਤਾ ਤੁਸੀਂ ਇਹ ਦੇਖੋ, ਸਾਡੀ ਦਾਣਾ ਮੰਡੀ ਕੋਲ ਕਿੰਨੀਆਂ ਗਊਆਂ ਨੇ। ਕਈ ਵਾਰੀ ਤਾਂ ਮੈਨੂੰ ਐਂ ਲੱਗਦਾ ਹੁੰਦਾ ਮੇਰਾ ਐਕਸੀਡੈਂਟ ਹੋ ਜਾਏ, ਕਿਉਂਕਿ ਇੰਨਾ ਸਲੋ ਕਰਕੇ ਲਿਆ ਤੇ ਬਹੁਤ ਜ਼ਿਆਦਾ ਆ ਵਾਲਾ ਪਸ਼ੂਆਂ ਦਾ ਵਿਚਾਰਾ ਹੈ। ਸੋ ਇੱਕ ਬਹੁਤ ਵੱਡੇ ਮੁੱਦਿਆਂ 'ਚ ਇਹ ਵੀ ਐਡ ਕਰਾਂਗੇ ਜੀ, ਆਪਾਂ 14ਵਾਂ ਨੰਬਰ ਪਰ ਇਹ ਜ਼ਰੂਰੀ ਹੈ ਵੀ ਇਹਨਾਂ ਦੀ ਸਾਂਭ ਸੰਭਾਲ ਹੋਵੇ, ਜਾਂ ਫਿਰ ਕੋਈ ਹੈ ਕਿਤੇ ਵੀ ਜਾਂ ਕੋਈ ਗਊਸ਼ਾਲਾ ਵਗੈਰਾ ਜਾਂ ਕੁਝ ਹੋਰ, ਹੈ ਨਾ। ਹੁਣ ਸਾਡੇ ਪਿੰਡਾਂ 'ਚ ਵੀ ਇਹ ਮਸਲਾ ਹੈ, ਗਊਆਂ ਕਿਸੇ ਜ਼ਿਮੀਂਦਾਰ ਦੇ ਖੇਤ 'ਚ ਵੜ ਗਈਆਂ, ਉਧਰੋਂ ਕੱਢ ਦੋ, ਫਿਰ ਆਪਸ 'ਚ ਲੜਾਈ ਪੈਂਦੀ। ਕਈ ਵਾਰੀ ਤਾਂ ਗੋਲੀ ਚੱਲ ਜਾਂਦੀ ਵੀ ਸਾਡੀ ਕਣਕ ਖਾ ਗਈ, ਹੋਏ ਗਊ ਸਾਡੀ ਕਣਕ ਖਾ ਗਈ, ਤੇ ਉਹ ਫਿਰ ਸੜਕਾਂ ਤੇ ਆਏ ਕਿ ਸੜਕਾਂ ਤੇ ਕਿਸੇ ਦੀ ਗੱਡੀ 'ਚ ਬੈ ਗਈਆਂ, ਉਹਦੀ ਮੌਤ ਹੋ ਜਾਂਦੀ ਹੈ। ਸੋ ਬਹੁਤ ਵੱਡਾ ਮਸਲਾ ਹੈ, ਇਹ ਵੀ ਆਪਾਂ ਨੋਟ ਕਰਾਂਗੇ। ਥੈਂਕ ਯੂ ਵੈਰੀ ਮਚ। ਕੋਈ ਕੁਐਸਚਨ ਪੱਤਰਕਾਰ ਸਾਹਿਬ, ਕੋਈ ਹੋਰ? ਠੀਕ ਹੈ ਜੀ, ਥੈਂਕ ਯੂ। ਵਾਜੀ ਵਧਾਈ ਹੈ ਤੁਹਾਨੂੰ, ਤੁਸੀਂ ਆਪਣੇ ਜ਼ਿਲ੍ਹੇ 'ਚ ਪਹਿਲੇ ਉਮੀਦਵਾਰ ਹੋ ਜਿਨ੍ਹਾਂ ਨੇ ਆਪਣਾ ਮੈਨੀਫੈਸਟੋ ਦਿੱਤਾ ਹੈ। ਸ਼ੁਕਰੀਆ ਬਾਈ ਜੀ। ਕਿਉਂਕਿ ਸ਼ਾਮਲ ਵਿੱਚ ਮੈਨੂੰ ਲੋਕ ਕਹਿੰਦੇ ਭਾਈ ਤੇਰਾ ਰੋਲ ਮਾਡਲ ਕੌਣ ਹੈ ਰਾਜਨੀਤੀ 'ਚ? ਮੈਂ ਕਿਹਾ ਜੀ ਮਾਨ ਸਾਲੇ। ਉਹ ਕਹਿੰਦੇ ਉਹ ਕਿਵੇਂ? ਮੈਂ ਕਿਹਾ ਰੋਜ਼ ਕੁਝ ਨਾ ਕੁਝ ਨਵਾਂ ਸਿਖਾਉਂਦੇ। ਪੁੱਤ ਹੱਥ ਮੰਨਣੇ ਆ, ਪੁੱਤ ਨਿਮਰ ਰਹਿਣਾ, ਨੀਵਾਂ ਹੋ ਜਾ, ਹੋਰ ਗੋਡਿਆਂ 'ਚ ਪੈ ਜਾ, ਜਮੀ ਉੱਚੀ ਗੱਲ ਨਹੀਂ ਕਰਨੀ। ਬਹੁਤ ਮੈਂ ਇਹੀ ਕਹਿਣਾ, ਮੈਂ ਇਕੱਲੇ ਨਹੀਂ ਸਿੱਖਿਆ, ਤੁਸੀਂ ਸਾਰੇ ਵਧਾਈ ਦੇ ਪਾਤਰ ਹੋ। ਤੁਸੀਂ ਉਹ ਮੈਨੂੰ ਮੈਨੀਫੈਸਟੋ ਦੇਣ ਲਈ ਮਜਬੂਰ ਕੀਤਾ ਹੈ, ਕਿਉਂਕਿ ਤੁਸੀਂ ਜੇ ਮੈਨੂੰ ਕ੍ਰਿਟਿਸਾਈਜ਼ ਨਾ ਕਰਦੇ ਵੀ ਤੇਰਾ ਏਜੰਡਾ ਕੀ ਹੈ, ਸ਼ਾਇਦ ਮੈਂ ਨਾ ਮੰਨਦਾ। ਤਾਂ ਤੁਸੀਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਇੰਨਾ ਗੁੱਸਾ ਕਰ ਰਹੇ ਹੋ ਸਰ, ਇੱਕ ਮੈਡੀਕਲ ਕਾਲਜ ਹੀ ਖੋਲ ਦਿਓ, ਬੱਚਿਆਂ ਨੂੰ ਬਾਹਰ ਪੜ੍ਹਨ ਜਾਣਾ ਪੈਂਦਾ। ਸਰ ਮੈਡੀਕਲ ਕਾਲਜ ਉਹੀ ਤਾਂ ਇਸ਼ੂ ਹੈ ਨਾ, ਉਹੀ ਤਾਂ ਇਸ਼ੂ ਹੈ। ਜਿਹੜੇ ਡਾਕਟਰ ਨਹੀਂ ਰਹਿੰਦੇ ਨਾ ਸਰ, ਉਹ ਇਸੇ ਕਰਕੇ ਨਹੀਂ ਰਹਿੰਦੇ ਕਿਉਂਕਿ ਜਿਸ ਦਾ ਬੱਚਾ ਅੰਮ੍ਰਿਤਸਰ ਪੜ੍ਹ ਕੇ ਆਉਂਦਾ, ਕਿਸੇ ਲੁਧਿਆਣੇ ਉੱਥੇ ਹੀ ਰਹਿ ਜਾਂਦੇ। ਪੂਰੇ ਡਾਕਟਰ ਨਾ ਹੋਣ ਦਾ ਕਾਰਨ ਇਹ ਹੈ। ਮੇਰੀ ਤਾਂ ਨਾ ਬਾਈ ਜੀ ਕਈ ਵਾਰੀ ਲੜਾਈ ਹੋ ਜਾਂਦੀ ਹੈ ਲੋਕਾਂ ਨਾਲ, ਤੁਹਾਨੂੰ ਪਤਾ ਵੀ। ਮੈਨੂੰ ਕਈ ਵਾਰੀ ਬੰਦੇ ਕਹਿਣਗੇ ਤੁਸੀਂ ਪੰਜਾਬੀ ਸੱਭਿਆਚਾਰ ਬਚਾਓ ਬਾਈ। ਮੈਂ ਕਿਹਾ ਬਾਈ ਪੰਜਾਬੀ ਸੱਭਿਆਚਾਰ ਇਕੱਲੇ ਅਸੀਂ ਕਿਉਂ ਬਚਾਈਏ ਜੀ ਪਿੰਡ ਵਾਲੇ ਭਾਈ? ਤੁਸੀਂ ਆਪਦੇ ਬੱਚੇ ਵੀ ਕਨਵੈਂਟ 'ਚ ਪੜਾਉਣੇ, ਸਾਡੇ ਵਾਲੇ ਸਰਕਾਰੀ 'ਚ ਪੜ੍ਹਨਾ, ਤੇ ਪੰਜਾਬੀ ਸੱਭਿਆਚਾਰ ਦਾ ਠੇਕਾ ਸਿਰਫ ਪੰਜਾਬ 'ਚ ਰਹਿੰਦਿਆਂ ਨੂੰ ਹੈ। ਅਸੀਂ ਬਾਹਰ ਰਹਿੰਦੇ ਆ, ਆਪਾਂ ਜਦੋਂ ਆਪਾਂ ਬਾਹਰਲੀ ਕੰਟਰੀ ਜਾ ਕੇ ਆਪਾਂ ਪਿੰਡ ਵਾਲਿਆਂ ਨੂੰ ਕਹਿੰਦੇ ਵੀ ਯਾਰ ਤੁਸੀਂ ਸੱਭਿਆਚਾਰ ਬਚਾਓ। ਜੇ ਸੱਭਿਆਚਾਰ ਬਚਾਉਣਾ ਤਾਂ ਆਪਾਂ ਨੂੰ ਪਹਿਲਾਂ ਪਿੰਡ ਬਚਾਉਣੇ ਪੈਣਗੇ। ਜੇ ਪਿੰਡਾਂ ਦੇ ਵਿੱਚ ਲੋਕ ਜਿਉਂਦੇ ਨੇ ਤਾਂ ਸੱਭਿਆਚਾਰ ਜਿਉਂਦਾ। ਸੋ ਜਿਹੜਾ ਮੈਡੀਕਲ ਦੀ ਹੈ, ਮੈਂ ਤੁਹਾਨੂੰ ਇਹ ਕਹਿਣਾ, ਮੈਡੀਕਲ ਲਿਆਉਣਾ ਬਹੁਤ ਔਖਾ ਹੈ। ਇੱਥੇ ਯੂਨੀਵਰਸਿਟੀ ਲੈ ਕੇ ਆਉਣੀ ਬਹੁਤ ਔਖੀ ਹੈ। ਜਿੰਨਾ ਚਿਰ ਕੈਬਨਿਟ ਬੰਦਾ ਨਹੀਂ ਬਣਦਾ ਉਹਨਾਂ ਚਿਰ ਨਹੀਂ ਆਉਣੀ, ਪਰ ਉਹਨਾਂ ਚਿਰ ਇੱਕ ਹੱਲ ਹੋ ਸਕਦਾ ਹੈ ਵੀ ਨਹਿਰੂ ਕਾਲਜ ਦੇ ਜਿਵੇਂ ਹਸਪਤਾਲ ਦੇ ਸੈਕਸ਼ਨ ਵਧੇ ਨੇ, ਨਹਿਰੂ ਕਾਲਜ ਦੇ ਵਿੱਚ ਸੈਪਰੇਟ ਸਬਜੈਕਟ ਵਧਾ ਦਈਏ ਆਪਾਂ। ਜਿਵੇਂ ਜ਼ਿਆਦਾ ਨਹੀਂ ਕੋਈ ਕਰ ਸਕਦੇ, +2 ਨਾਨ ਮੈਡੀਕਲ ਐਂਡ ਮੈਡੀਕਲ ਦੇ ਸੈਕਸ਼ਨ ਬਣਾ ਦੇਣਾ, +2 ਵੀ ਕਾਲਜ 'ਚ ਕਰਵਾਈ ਜਾਵੇ, ਜਿਵੇਂ ਯੂਨੀਵਰਸਿਟੀ 'ਚ ਕਰਵਾਈ ਜਾਂਦੀ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ। ਵੀ ਬੱਚੇ ਟ੍ਰੇਨ ਹੋ ਜਾਣ। ਜਿਵੇਂ ਉਹ ਨਹੀਂ ਹੁੰਦੀ ਵੀ ਜਿਵੇਂ ਜਿਹੜੀ ਇੱਕ ਪੰਜਾਬੀ ਯੂਨੀਵਰਸਿਟੀ ਦਾ ਇੱਕ ਸਬ ਡਿਵੀਜ਼ਨਲ ਕਾਲਜ ਹੈ ਯਾਦਵਿੰਦਰਾ, ਜਿਹੜੇ ਯਾਦਵਿੰਦਰਾ 'ਚ +2 ਕਰ ਜਾਂਦੇ ਨੇ, ਪੰਜਾਬੀ ਯੂਨੀਵਰਸਿਟੀ ਉਹਨਾਂ 'ਚ ਸਟੂਡੈਂਟ ਚੱਕ ਲੈਂਦੀ ਹੈ। ਮੰਨ ਲਓ ਅਸੀਂ ਕਿਸੇ ਯੂਨੀਵਰਸਿਟੀ ਅੰਦਰ ਹੀ ਜਾ ਵੜੀਏ, ਨਹਿਰੂ ਜਾ ਵੜੇ, ਐਗਰੀਕਲਚਰ ਯੂਨੀਵਰਸਿਟੀ ਅੰਦਰ, ਇੱਥੇ BSc ਲਈ ਪਹਿਲੀ ਪ੍ਰਪੇਅਰ ਹੋ ਜਾਣ ਬੱਚੇ, ਉਦੋਂ ਸਿੱਧੀ ਐਡਮਿਸ਼ਨ ਉੱਧਰ ਹੋ ਜਾਣ। ਸੋ ਥੋੜੀ ਬਹੁਤ ਤਾਂ ਲਿਆਉਣੀ ਪਊ। ਅਸੀਂ ਕੱਜ ਉਲਝੇ ਫਿਰਦੇ ਆ ਸ਼ਟਰਾਂ 'ਚ, ਗਲੀਆਂ 'ਚ, ਨਾਲੀਆਂ 'ਚ, ਸ਼ੈਡਾਂ 'ਚ। ਮੇਰੀਆਂ ਗੱਲਾਂ ਦਾ ਕਈ ਵਾਰੀ ਕੋਈ ਬੁਰਾ ਵੀ ਮੰਨ ਜਾਂਦਾ। ਮੈਂ
ਇੱਕ ਪਿੰਡ ਮੈਂ ਕਹਿਤਾ ਸੀਗਾ ਮੇਥੋਂ ਗਲਤੀ, ਮੈਨੂੰ ਕਹਿੰਦਾ ਵੀ ਸਿੱਧੂ ਸਾਹਿਬ ਅੱਜ ਤਾਂ ਤੁਸੀਂ ਭਾਸ਼ਣ ਕਰੀ ਜਾਂਦੇ ਹੋ, ਆਹ ਜਿਹੜੀ ਧਰਮਸ਼ਾਲਾ ਥਾਈ ਦੇਖੋ ਕਿੰਨੀ ਨੀਵੀਂ ਹੋਈ ਪਈ ਹੈ। ਮੈਂ ਦੇਖਿਆ ਛੱਤ ਨੂੰ, ਮੈਂ ਕਿਹਾ ਹਾਂ ਬਈ ਨੀਵੀਂ ਹੋਈ। ਮੈਂ ਕਿਹਾ ਵੀ ਵੱਡੇ ਭਾਈ ਇੱਕ ਗੱਲ ਦੱਸ। ਕਹਿੰਦਾ ਕੀ? ਮੈਂ ਕਿਹਾ ਅਕਲੀ ਪਿੰਡ ਤੇਰਾ? ਕਹਿੰਦਾ ਹਾਂ। ਮੈਂ ਕਿਹਾ ਵੀ ਤੂੰ ਧਰਮਸ਼ਾਲਾ ਚ ਆਉਣਾ ਕਿੰਨੇ ਵਾਰੀ ਸਾਲ ਚ? ਕਹਿੰਦਾ 2 ਵਾਰੀ। ਕਹਿੰਦਾ ਇੱਕ ਅਖੰਡ ਪਾਠ ਸਿਆਲਾਂ ਚ ਹੁੰਦਾ, ਇੱਕ ਗਰਮੀਆਂ ਚ ਹੁੰਦਾ। ਮੈਂ ਕਿਹਾ ਉਦੋਂ ਬਾਅਦ ਧਰਮਸ਼ਾਲਾ ਦਾ ਕੋਈ ਕੰਮ? ਕਹਿੰਦਾ ਨਾ। ਮੈਂ ਕਿਹਾ ਫਿਰ ਯਾਰ ਤੂੰ ਕਦੇ ਇਹ ਸੋਚਿਆ ਵੀ ਜੇ ਅਕਲੀਏ ਤੋਂ ਲੈ ਕੇ ਮਾਨਸਾ ਤਾਈਂ ਕੋਈ ਹਸਪੀਟਲ ਹੈਗਾ? ਅਕਲੀਏ ਤੋਂ ਲੈ ਕੇ ਬਰਨਾਲੇ ਤੱਕ ਕੋਈ ਹਸਪੀਟਲ ਹੈ, ਕੋਈ ਕਾਲਜ ਹੈ? ਕੋਈ ਸੋਚਦਾ ਹੀ ਨਹੀਂ ਬਾਈ। ਪਿਛੜੇ ਇਸ ਗੱਲ ਕਰਕੇ ਨਹੀਂ ਕਹਿੰਦੇ ਵੀ ਅਸੀਂ ਪਿਛੜੇ ਆ। ਪਿਛਲੇ 7 ਸਾਲਾਂ ਦਾ ਸਰਵੇ ਦੱਸਦਾ ਹੈ ਕਿ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਨੌਕਰੀ ਪੇਸ਼ਾ ਆਦਮੀ ਮਾਨਸਾ ਜ਼ਿਲ੍ਹੇ ਚੋਂ ਗਏ ਨੇ। ਸਾਡੇ ਮੂਸੇ ਦਾ ਬੰਦਾ ਮਲੇਸ਼ੀਆ ਦੀ ਪੁਲਿਸ ਦਾ ਸਭ ਤੋਂ ਸਰਵਉੱਚ ਅਹੁਦੇ ਤੇ ਹੈ। ਤਾਂ ਅਸੀਂ ਪਿਛੜੇ ਕਿਹੜੀ ਗੱਲ ਤੋਂ ਹੋ ਗਏ? ਪਿਛੜੇ ਇਸ ਗੱਲਾਂ ਕਰਕੇ ਆ ਕਿਉਂਕਿ ਸਾਨੂੰ ਮੰਗਣਾ ਕੁਝ ਹੋਰ ਚਾਹੀਦਾ ਹੈ, ਮੰਗੀ ਕੁਝ ਹੋਰ ਜਾਂਦੇ ਆ, ਜਿਤਾਉਣਾ ਕੁਝ ਹੋਰ ਚਾਹੀਦਾ, ਜਿਤਾਈ ਕਿਸ ਨੂੰ ਹੋਰ ਜਾਂਦੇ ਆ। ਫਿਰ ਅਸੀਂ ਵਿਕਾਸ ਵਿਕਾਸ ਵਿਕਾਸ, ਐ ਨਹੀਂ ਵਿਕਾਸ। ਫਿਰ ਕਹਿੰਦੇ ਅਸੀਂ, ਅੱਜ ਮੈਂ ਇੱਕ ਮੁੰਡੇ ਨੂੰ ਪੁੱਛਿਆ, ਮੈਂ ਕਿਹਾ ਭਾਈ ਤੂੰ ਕਿਹੜੀ ਪਾਰਟੀ ਨੂੰ ਪਾਈਆਂ ਸੀ? ਕਹਿੰਦਾ ਫਲਾਨੀ ਪਾਰਟੀ ਨੂੰ ਪਾਈਆਂ ਸੀ। ਮੈਂ ਕਿਹਾ ਐਤਕੀ ਕਿਹਨੂੰ ਪਾਏਗਾ? ਕਹਿੰਦਾ ਲੱਗਦਾ ਬਈ ਸੋਚ ਰਿਹਾ ਵੀ ਐਤਕੀ ਕਿਹਨੂੰ ਪਾਏਗਾ। ਮੈਂ ਕਿਹਾ ਕਿਵੇਂ, ਕਾਹਦੇ ਵਾਸਤੇ ਪਾ ਰਿਹਾ? ਕਹਿੰਦਾ ਬਦਲਾ। ਮੈਂ ਕਿਹਾ ਬਦਲਾ ਕਿਵੇਂ ਆਊਗਾ? ਕੋਈ ਜਵਾਬ ਨਹੀਂ। ਵਿਜ਼ਨ ਸਾਡੇ ਕੋਲ ਹੀ ਨਹੀਂ, ਲੀਡਰਾਂ ਕੋਲੇ ਵਿਜ਼ਨ ਹੋਊਗਾ ਤਾਂ ਲੋਕਾਂ ਕੋਲੇ ਹੋਊ। ਹੁਣ ਮੈਨੂੰ ਕਹਿੰਦਾ ਵੀ ਬਾਈ ਤੁਹਾਡੇ ਕੋਲੇ ਬੰਦਿਆਂ ਨੇ ਕਿਵੇਂ ਕਰ ਦੇਣਾ, ਫਲਾਣਾ ਕਿਵੇਂ ਬੰਦੇ ਨੇ ਬਦਲਾ ਕਿਵੇਂ ਕਰ ਦੇਣਾ, ਪਾਰਟੀਆਂ ਬਦਲਾ ਕਰ ਦੇਣਾ? ਨਹੀਂ। ਪਾਰਟੀ ਕਾਂਗਰਸ ਦੇ ਵਿੱਚ ਇੱਕ ਰਾਜਾ ਉਹ ਵੀ ਸੀ ਜਿਹਨੇ 4.5 ਸਾਲ ਵਿਚਾਰੇ ਤੋਂ ਹੋਇਆ ਨਹੀਂ ਕੁਝ, ਮੈਂ ਉਹਨੂੰ ਮਾੜਾ ਨਹੀਂ ਕਹਿੰਦਾ। ਤੇ ਇੱਕ ਰਾਜਾ ਉਹ ਵੀ ਹੈ ਜਿਹਨੇ 2 ਮਹੀਨਿਆਂ ਚ ਕਰਤਾ। ਪਾਰਟੀ ਦਾ ਸੇਮ ਹੈ ਕਿ ਪਾਰਟੀ ਮੈਟਰ ਕਰੀ, ਉੱਥੇ ਬੰਦੇ ਮੈਟਰ ਕਰਦੇ ਨੇ। ਉਹੀ ਜਿਹੜੀ ਗੱਲ ਬਾਈ ਜੀ ਨੇ ਕੁਐਸਚਨ ਪੁੱਛਿਆ ਸੀ ਵੀ ਇਹ ਪਤਾ ਕਰੋ ਵੀ ਭਾਈ ਜੇ ਕਿਹਦੀ ਸਰਕਾਰ ਨਾ ਆਵੇ, ਸਰਕਾਰ ਆਈ ਤਾਂ ਸਾਰਿਆਂ ਦੀ ਹੋ ਜਾਂਦੇ ਨੇ ਕੰਮ, ਕਿਹਦੀ ਸਰਕਾਰ ਨਾ ਆਵੇ ਉਹਦੀ ਕ੍ਰੈਡੀਬਿਲਿਟੀ ਕੀ ਹੈ ਕਿ ਬਿਨਾਂ ਸਰਕਾਰ ਤੋਂ ਕੋਈ ਕੰਮ ਲੈ ਲੂਗਾ ਕਿਸੇ ਨੂੰ? ਇਹ ਸੋਚਣਾ ਜ਼ਰੂਰੀ। ਇਹੀ ਮੈਂ ਸਾਰਿਆਂ ਦੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਪਿੰਡਾਂ ਦੇ ਵਿੱਚ ਇਹ ਅਪੀਲ ਕਰਦਾ ਵੀ ਭਾਈ ਮੈਨੂੰ ਕੱਲੇ ਸਿੱਧੂ ਮੂਸੇਵਾਲੇ ਦੇ ਨਾਮ ਤੇ ਵੋਟ ਨਹੀਂ ਚਾਹੀਦੀ। ਮੈਂ ਨਹੀਂ ਚਾਹੁੰਦਾ ਵੀ ਇਕੱਲੇ ਕਲਾਕਾਰ ਦੇ ਕੇ ਜਿਵੇਂ ਸਨੀ ਦਿਓਲ ਜਿਤਾਇਆ ਸੀ ਮੈਨੂੰ ਉਵੇਂ ਜਿਤਾ ਦਿਓ। ਇਹੋ ਜਿਹੀ ਜਿੱਤ ਮੈਨੂੰ ਨਹੀਂ ਚਾਹੀਦੀ। ਮੈਨੂੰ ਜੇ ਜਿੱਤ ਚਾਹੀਦੀ ਹੈ ਮੇਰੇ ਪਿਛਲੇ 3 ਸਾਲਾਂ ਦੇ ਜਿਹੜਾ ਮੈਂ ਰੈਜ਼ਿਊਮੇ ਰਿਪੋਰਟ ਕਾਰਡ ਬਣਾਇਆ ਉਹਦੀ ਚਾਹੀਦੀ ਹੈ। 3 ਸਾਲਾਂ ਦੇ ਵਿੱਚ ਮੇਰੇ ਪਿੰਡ 'ਚ ਕਿੰਨੀਆਂ ਮੈਡੀਕਲ ਸਹੂਲਤਾਂ ਮਿਲੀਆਂ ਨੇ, ਮੈਂ ਕਰੋਨਾ ਕਾਲ ਦੇ ਵਿੱਚ ਮੈਂ ਕਿੰਨਾ ਕੰਮ ਕਰਿਆ, ਮੇਰੀ ਸਮਾਜ ਨੂੰ ਕੀ ਦੇਣਾ, ਉਹਦੇ ਬੇਸਿਸ ਤੇ ਮੈਨੂੰ ਵੋਟਾਂ ਪਾਓ। ਤੇ ਮੈਂ ਨਹੀਂ ਕਹਿੰਦਾ ਵੀ ਇਕੱਲਾ ਮੇਰਾ ਚੈੱਕ ਕਰੋ ਦੂਜੇ ਕੈਂਡੀਡੇਟਸ ਦਾ ਵੀ। ਪਿਛਲੀਆਂ 3 ਪੀੜ੍ਹੀਆਂ ਦਾ ਵਰਕਆਊਟ, ਉਹਨਾਂ ਦੀਆਂ ਕੀ ਖਾਮੀਆਂ ਰਹੀਆਂ, ਉਹਨਾਂ ਦੇ ਕੰਮ ਕੈਸੇ ਰਹੇ, ਚੰਗੇ ਰਹੇ ਜਾਂ ਮਾੜੇ ਰਹੇ, ਕੈਲਕੂਲੇਟ ਕਰੋ ਯਾਰ। ਅੱਜ ਮੈਂ ਸਿੱਧੂ ਮੂਸੇਵਾਲਾ ਮੈਂ ਉਹਦੇ ਖੇਤਰ ਦਾ ਹਾਂ, ਉਹ ਮੇਰਾ ਇੱਕ ਜਲਵਾ, ਇੱਕ ਉਹ ਕਹਿੰਦੇ ਆਪਾਂ ਵੀ ਸਟਾਈਲ ਲਾ ਲਓ, ਮਿਊਜ਼ਿਕ ਫੀਲਡ ਦਾ ਲਾ ਲਓ, ਪਰ ਮੈਂ ਨਾਲ ਮਾਤਾ ਜੀ ਦੇ ਸਹਿਯੋਗੀ ਵੀ ਹਾਂ। ਸੋ ਇਹਨਾਂ ਚੀਜ਼ਾਂ ਨੂੰ ਦੇਖ ਕੇ ਸੋ ਇੰਨੀਆਂ ਗੱਲਾਂ ਸੀ ਜੀ। ਕੋਈ ਹੋਰ ਕੁਐਸਚਨ ਹੋਵੇ ਵੱਡੇ ਭਾਈ ਮੇਰੇ ਲਈ, ਕੋਈ ਹੋਰ ਸਵਾਲ ਹੋਵੇ ਪੁੱਛ ਲਓ। ਕੋਈ ਵਿਰੋਧ ਵਾਲਾ ਹੀ ਪੁੱਛਣਾ ਜੀ। ਚਲ ਭਰਾ ਸਾਰੇ ਤੁਸੀਂ। ਹੁਣ ਤੁਹਾਡਾ ਪਿੰਡਾਂ 'ਚ ਵਿਰੋਧ ਹੀ ਨਹੀਂ ਹੋ ਰਿਹਾ ਜੀ। ਪਤਾ ਕਿਉਂ ਨਹੀਂ ਹੋ ਰਿਹਾ? ਉਹ ਕਹਿੰਦੇ ਇਹ ਕਹਿੰਦਾ ਕਰਾ ਕੇ ਨਹੀਂ। ਅੱਜ ਮੈਨੂੰ ਕਿਸੇ ਨੇ ਪੁੱਛਿਆ, ਕਹਿੰਦੇ ਵਿਰੋਧ ਹੁੰਦਾ ਤੇਰਾ, ਫਲਾਣਾ ਹੁੰਦਾ, ਧਮਕਾ ਹੁੰਦਾ, ਤੇ ਵਿਰੋਧ ਹੁੰਦਾ ਫਲਾਣਾ ਹੁੰਦਾ, ਧਮਕਾ ਹੁੰਦਾ। ਮੈਂ ਕਿਹਾ ਜੀ ਵਿਰੋਧ ਮੇਰੀ ਤਰੱਕੀ ਦੀ ਨਿਸ਼ਾਨੀ ਹੈ। ਮੇਰਾ ਮਿਊਜ਼ਿਕ ਕਰੀਅਰ ਦੇ ਵਿੱਚ ਮੇਰਾ ਇੰਨਾ ਵਿਰੋਧ ਹੋਇਆ ਕਿ ਮੇਰਾ ਉਹਨੇ ਨੁਕਸਾਨ ਕੋਈ ਨਹੀਂ ਕੀਤਾ, ਮੇਰਾ ਫਾਇਦਾ ਹੀ ਕਰਿਆ। ਮੇਰਾ ਪੋਲੀਟੀਕਲ ਫੀਲਡ ਦੇ ਵਿੱਚ ਜਿੱਥੇ ਮੇਰਾ ਵਿਰੋਧ ਹੋਣ ਲੱਗਾ, ਮੈਨੂੰ ਪਤਾ ਲੱਗਣ ਲੱਗਾ ਕਿ ਸਿੱਧੂ ਸਹੀ ਰਸਤੇ ਤੇ ਹੈ। ਸੋ ਇਹ ਜ਼ਿੰਦਗੀ ਦਾ ਹਿੱਸਾ ਹੁੰਦੀਆਂ, ਕਈ ਨਿਸ਼ਾਨੀਆਂ ਹੁੰਦੀਆਂ। ਥੋੜੀ ਜ਼ਿੰਦਗੀ ਦੀ ਕੋਈ ਗੁੱਡ ਲੱਕ ਚਾਮ ਕੁਝ ਹੋਰ, ਉਹ ਮੇਰੀ ਦੀ ਕੁਝ ਹੋਰ ਹੈ, ਮੇਰੀ ਦੀਆਂ ਇਹੋ ਜਿਹੀਆਂ ਚੀਜ਼ਾਂ ਨੇ। ਪਰ ਉਹੀ ਗੱਲ ਹੈ ਨਾ, ਜੇ ਜਾਂ ਰਾਹ ਪੈ ਜਾਣੀ ਹੈ ਜਾਂ ਵਾਹ ਪੈ ਜਾਣੀ। ਲੋਕਾਂ ਦਾ ਕਿਸੇ ਨਾਲ ਕੋਈ ਵਿਰੋਧ ਨਹੀਂ। ਅੱਜ ਮੈਂ ਮੇਰੇ ਕਿਸੇ ਵਿਰੋਧੀ ਦੇ ਪਿੰਡ ਜਾ ਵੜਦਾ, ਮੇਰੇ ਨਾਲ 100 ਬੰਦਾ ਫੋਟੋ ਖਿੱਚਣ ਨੂੰ ਖੜਾ ਹੋ, ਕਿਉਂਕਿ ਉਹ ਪਿਆਰ ਕਰਦੇ ਆ। ਵਿਰੋਧ ਤਾਂ ਸਿਰਫ ਉਹਨਾਂ ਦਾ ਜਿਹੜੇ ਆਗੂ ਨੇ, ਤੇ ਆਗੂਆਂ ਦਾ ਵਿਰੋਧ ਕਰਨਾ ਜਾਇਜ਼ ਹੈ, ਕਿਉਂਕਿ ਹਰੇਕ ਬੰਦਾ ਹੱਕਦਾਰ ਹੈ ਯਾਰ। ਹਰੇਕ ਚੀਜ਼ ਲਈ ਦਾਅਵੇਦਾਰੀ ਦੇਣਾ ਉਹਨਾਂ ਦਾ ਹੱਕ ਹੈ। ਮਿਲਣੀ ਨਾ ਮਿਲਣੀ ਹਾਈ ਕਮਾਂਡ ਦਾ ਜਾਂ ਕਿਸਮਤ ਦਾ। ਸਿੱਧੂ ਸਾਹਿਬ ਇੱਕ ਕੁਐਸਚਨ ਹੈ, ਕਈ ਬੰਦੇ ਤੁਹਾਡੇ ਕੋਲ ਫੋਟੋ ਖਿਚਾਉਣ ਜਾਂਦੇ ਸੀ, ਕਹਿੰਦੇ ਉਦੋਂ ਸਿੱਧੂ ਸਾਹਿਬ ਮਤਲਬ ਕਿ ਗੇਟ ਨਹੀਂ ਖੋਲਦਾ ਸੀਗਾ। ਅੱਜ ਸਿੱਧੂ ਸਾਹਿਬ ਤੁਹਾਡੇ ਗਲੀ ਚ ਤੁਰਿਆ ਫਿਰਦਾ। ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਮੇਰੀ। ਹਾਂਜੀ। ਦੂਜੀ ਮੇਰੀ ਸੈਕੰਡ ਸਵਾਲ ਇਹ ਹੈ ਵੀ ਕੀ ਜੇ ਤੁਸੀਂ ਜਿੱਤਦੇ ਹੋ ਜਾਂ ਹਾਰਦੇ ਹੋ ਇਸੇ ਤਰ੍ਹਾਂ ਹੀ ਲੋਕਾਂ ਦੇ ਵਿਚਰੋਗੇ? ਮੇਰੀ ਗੱਲ ਸੁਣੋ ਇੱਕ ਮਿੰਟ ਜੀ। ਨਹੀਂ ਸਟਾਰਡਮ ਤੇ ਪੋਲੀਟੀਸ਼ੀਅਨ ਦੇ ਵਿੱਚ ਫਰਕ ਤਾਂ ਹੁੰਦਾ। ਇੱਕ ਤੁਹਾਨੂੰ ਮੈਂ ਗੱਲ ਸਮਝਾਉਣਾ। ਉਹ
ਕਹਾਵਤ ਬੜੀ ਬੁੜੀਆਂ ਪਾਉਂਦੀਆਂ ਹੁੰਦੀਆਂ ਕਿ ਘਰ ਦਾ ਜੋਗੀ ਜੋਗੜਾ ਤੇ ਬਾਹਰਲਾ ਜੋਗੀ ਸਿੱਧ। 10,000 ਕਲਾਕਾਰ ਹੋਣਾ ਜੀ ਪੰਜਾਬ 'ਚ, ਇੱਕ ਕਲਾਕਾਰ ਦੱਸੋ ਜਿਹੜਾ ਉਹਦੇ ਪਿੰਡ ਰਹਿੰਦਾ ਅੱਜ। ਇੱਕ ਕਲਾਕਾਰ ਦੱਸ ਦਿਓ ਜਿਹੜਾ ਬਿਨਾਂ ਬੰਸਰ ਤੋਂ ਤੁਰਦਾ ਗਲੀਆਂ 'ਚ। ਇੱਕ ਕਲਾਕਾਰ ਦੱਸ ਦਿਓ ਜਿਹੜਾ ਲੋਕਾਂ ਨੂੰ ਮਿਲਦਾ ਹੈ। ਦੱਸੋ ਜੀ। ਮੇਰੇ ਪਿੰਡ ਮੇਰੇ ਘਰ ਦੇ ਵਿੱਚ ਲੋਕ ਪੌਣੇ 2-2 ਵਜੇ ਤੱਕ ਫੋਟੋਆਂ ਕਰਾਉਂਦੇ ਰਹੇ। 2:30 ਵਜੇ ਸਵੇਰੇ ਆ ਜਾਂਦੇ ਸੀ ਤੇ ਦਿਨ ਦੇ ਵਿੱਚ ਮੈਂ 1100 ਬੰਦੇ ਨਾਲ ਫੋਟੋ ਕਰਵਾਈ ਹੈ। ਕੀ ਇਹ ਬਹੁਤ ਨਹੀਂ? ਇਸ ਗੱਲ ਦਾ ਲਾਭਾ ਬਲਕਾਰ ਸਿੱਧੂ ਨੂੰ ਆਪਣਾ ਤੇ ਲੈਣਾ ਪੈ ਰਿਹਾ। ਹਾਂਜੀ ਹਾਂਜੀ, ਮੈਂ ਉਹੀ ਗੱਲ ਕਹਿਣਾ ਜੀ ਵੀ ਉਹੀ ਗੱਲ ਨਾ ਵੀ ਅਸੀਂ ਇਹ ਕਹਿੰਦੇ ਵੀ ਯਾਰ ਵੀ ਬਸ ਬਹਿ ਜਾ। ਮੇਰੀ ਜ਼ਿੰਦਗੀ ਦੇ ਵਿੱਚ ਰੁਝੇਵੇਂ ਨੇ ਭਾਈ ਸਾਹਿਬ, ਮੈਂ ਆਪਣਾ ਕੰਮ ਵੀ ਕਰਨਾ, ਅੱਗੇ ਵੀ ਵਧਣਾ ਹੈ। ਦਰਵਾਜ਼ੇ ਬੰਦ ਕਰਨ ਦਾ ਮਤਲਬ ਇਹ ਨਹੀਂ ਮੈਂ ਲੋਕਾਂ ਤੋਂ ਨਫ਼ਰਤ ਕਰਦਾ। ਜੇ ਮੈਂ ਲੋਕਾਂ ਤੋਂ ਨਫ਼ਰਤ ਕਰਦਾ ਹੁੰਦਾ ਤਾਂ ਮੈਂ ਲੋਕਾਂ 'ਚ ਰਹਿਣ ਦੀ ਹਿੰਮਤ ਨਾ ਰੱਖਦਾ। ਮੈਂ ਪ੍ਰਾਈਵੇਟ ਜਾਂ ਗੋਆ ਇੱਕ ਵਿਲਾ ਲੈਂਦਾ ਜਾਂ ਚੰਡੀਗੜ੍ਹ ਲੈਂਦਾ ਜਾਂ ਕੈਨੇਡਾ ਕਿਤੇ ਵਧੀਆ ਜਾਂ ਸਾਇਲੈਂਟ ਜਾਂ ਰਿਟਾਇਰਮੈਂਟ ਵਾਲਾ ਸ਼ਹਿਰ 'ਚ ਬੈਠਦਾ ਵੀ ਬਸ ਲੋਕਾਂ ਕੋਲੇ ਮੇਰਾ ਮਿਊਜ਼ਿਕ ਆਵੇ, ਮੇਰਾ ਸਟਾਰਡਮ ਰਵੇ, ਵੀ ਮੈਂ ਸਿੱਧੂ ਮੂਸੇਵਾਲਾ ਲੋਕ ਮੈਨੂੰ ਮਿਲਣ ਨਹੀਂ ਤਰਸਣ। ਉਸ ਤੋਂ ਉਲਟ ਮੈਂ ਲੋਕਾਂ ਦੇ ਵਿੱਚ ਰਿਹਾ। ਮੇਰਾ ਟਰੈਕਟਰ ਲੋਕਾਂ ਦੀਆਂ ਸੜਕਾਂ ਤੇ ਘੁੰਮ ਰਿਹਾ। ਮੈਂ ਇੱਥੇ ਟਰਾਲੀ ਪਾ ਕੇ ਇੱਥੇ ਸ਼ਹਿਰ 'ਚ ਫਿਰਦਾ ਹੁੰਦਾ। ਦੱਸੋ ਕਿਹੜਾ ਸਿੰਗਰ ਫਿਰਦਾ? ਦੱਸੋ। ਦਲਜੀਤ ਦੋਸਾਂਝ। ਕਿਹੜੇ ਕਿੰਨੇ ਕਲਾਕਾਰ ਨੇ? ਮੈਂ ਸਾਰਿਆਂ ਨਾਂ ਨਹੀਂ ਲੈਂਦਾ। ਚਲੋ ਮੇਰੇ ਭਰਾ ਨੇ, ਮੇਰੇ ਬੜੇ ਭਰਾ ਨੇ, ਚਲੋ ਮੈਂ ਕਿਸੇ ਵਾਰੀ ਮਾੜਾ ਨਹੀਂ ਕਹਿੰਦਾ। ਦੱਸੋ ਇੱਕ ਵੀ ਸਿੰਗਰ ਦਾ ਨਾਂ ਲੈ ਦਿਓ। ਕਿਹੜਾ ਤੁਹਾਡੇ ਪਿੰਡ ਰਹਿੰਦਾ? ਤੁਹਾਡੇ ਸ਼ਹਿਰ ਦੇ ਕਿੰਨੇ ਸਿੰਗਰ ਨੇ? ਦੱਸੋ ਇੱਕ ਦੱਸ ਦਿਓ ਕਿਹੜਾ ਤੁਹਾਡੇ ਪਿੰਡ ਰਹਿੰਦਾ, ਕਿਹੜਾ ਇੱਕ ਵਾਰੀ ਆਇਆ ਵੀ ਹੋਵੇ। ਅਸੀਂ ਉਸੇ ਨੂੰ ਨਿੰਦਣ ਬੈਠ ਜਾਂਦੇ ਹਾਂ ਜਿਹੜਾ ਸਾਡੇ ਵਿੱਚ ਰਹਿੰਦਾ। ਅਸੀਂ ਉਸੇ ਨੂੰ ਕ੍ਰਿਟਿਸਾਈਜ਼ ਕਰਦੇ। ਮੈਨੂੰ ਕਦੇ ਕਦੇ ਇਹ ਲੱਗਦਾ ਵੀ ਸ਼ਾਇਦ ਜੇ ਮੈਂ 20 ਬੰਸਰ ਦਰਵਾਜ਼ੇ 'ਚ ਖੜਾ ਜਾਂਦਾ ਤਾਂ ਮੇਰੇ ਸਿੱਧੂ ਮੂਸੇਵਾਲਾ ਜਾਰੇ ਕਹਿੰਦੇ ਬਹੁਤ ਚੰਗਾ ਬਹੁਤ ਚੰਗਾ। ਮੈਂ ਅੱਜ ਮੈਨੂੰ ਮਾੜਾ ਹੀ ਤਾਂ ਕਹਿ ਰਿਹਾ ਕਿਉਂਕਿ ਮੈਂ ਤੁਹਾਡੇ ਵਿੱਚ ਰਹਿ ਰਿਹਾ। ਸੋ ਕਿਤੇ ਨਾ ਕਿਤੇ ਇਹ ਗੱਲਾਂ ਵੀ ਨਹੀਂ। ਸੋ ਚੈੱਕ ਕਰਿਆ ਕਰੋ ਬਈ। ਇੱਕ ਨਾ ਬਾਬੇ ਨਾਨਕ ਜੀ ਦੀ ਤੱਕੜੀ ਸੀ, 13 ਤੋਲਦੀ ਸੀ। ਤੋਲਿਆ। ਦੱਸੋ ਕਿਹੜਾ ਪਿੰਡ ਦਾ ਸਰਪੰਚ ਬਣਿਆ ਭਾਈ ਕਲਾਕਾਰ ਹੋ ਕੇ? ਕਿਹੜਾ ਵੀਡੀਓ ਦੇ ਦਫ਼ਤਰ ਜਾ ਕੇ ਕਹਿੰਦਾ ਵੀ ਗ੍ਰਾਂਟ ਪਾ? ਅਗਲਾ ਕਹਿੰਦਾ ਭਾਈ ਮੇਰੀ ਸ਼ਾਨ 'ਚ ਘੱਟ ਹੈ। ਜਿਹਦੇ 2 ਗਾਣੇ ਵੀ ਚੱਲੇ ਅਗਲਾ ਬੰਦੇ ਨੂੰ ਬੰਦਾ ਨਹੀਂ ਸਮਝਦਾ। ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਚਲੋ ਮੇਰੇ ਭਰਾ ਨੇ, ਮੈਂ ਮੇਰੇ ਫੀਲਡਰਾਂ ਨੂੰ ਮਾੜਾ ਨਾ ਕਹੋ, ਮੈਥੋਂ ਵਿਚਾਰਿਆਂ ਨੂੰ ਵਧੀਆ ਬੰਦੇ ਨੇ ਸਾਰੇ, ਜਿੰਨੇ ਕੁ ਮੇਰੇ ਨਾਲ ਚੱਲਦੇ ਨੇ ਸਾਰੇ ਵਧੀਆ ਨੇ। ਪਰ ਗੱਲ ਇਹ ਹੈ ਕਿ ਅਸੀਂ ਨਿੰਦਦੇ ਵੀ ਉਹਨੂੰ ਆ ਜਿਹੜਾ ਸਾਡਾ ਆਪਦਾ। ਕਦੇ ਤੁਸੀਂ ਕਿਸੇ ਬਾਹਰਲੇ ਸਿੰਗਰ ਤੋਂ ਕਦੇ ਪੁੱਛਿਆ ਵੀ ਨਹੀਂ ਹੋਣਾ, ਉਹ ਕੁਐਸਚਨ ਇਹ ਆਉਣਾ ਹੋਣਾ ਬਾਈ ਜੀ ਕਿਵੇਂ ਲੱਗ ਰਿਹਾ ਸਾਡੇ ਸ਼ਹਿਰ 'ਚ ਆ ਕੇ? ਸਿੱਧੂ ਮੂਸੇਵਾਲੇ ਨੂੰ ਪੁੱਛਿਆ ਵੀ ਕਦੇ ਦਰਵਾਜ਼ੇ ਵੀ ਨਹੀਂ ਖੋਲੇ। ਤੇ ਤੁਹਾਨੂੰ ਮੈਂ ਦੱਸਾਂ ਦਰਵਾਜ਼ੇ ਖੋਲਣ ਦਾ ਵੀ ਕੀ ਕਾਰਨ ਹੈ? ਤੁਹਾਨੂੰ ਨਹੀਂ ਪਤਾ ਦੀਵੇ ਥੱਲੇ ਕਿੰਨਾ ਵੇ ਹੈ। ਅਸੀਂ ਪਰਦੇ ਦਾ ਸਟਾਰਡਮ ਸਾਰੇ ਦੇਖਦੇ ਹਾਂ ਵੀ ਹਾਂ ਯਾਰ ਉਹ ਸਿੰਗਰ ਹੈ ਬਈ, ਐਂ ਤੁਰਿਆ ਫਿਰਦਾ, ਫਲਾਨਾ ਤੁਰਿਆ ਫਿਰਦਾ। ਪਰ ਅਸੀਂ ਇਹ ਨਹੀਂ ਦੇਖਦਾ ਵੀ ਉਹਦੀ ਜਾਨ ਦੇ ਦੁਸ਼ਮਣ ਕਿੰਨੇ ਕੁ ਹੋਣਗੇ। ਤੇ ਪੁਲਿਸ ਨੂੰ ਪਤਾ ਹੋ ਸਕਦਾ ਹੈ ਜਾਂ ਮੈਨੂੰ ਪਤਾ ਹੋ ਸਕਦਾ ਜਾਂ ਹੋਰ ਬੰਦੇ ਨੂੰ ਜਿਹੜੇ ਮੇਰੇ ਨਾਲ ਵਰਤਦੇ ਨੇ ਉਹਨਾਂ ਨੂੰ ਪਤਾ ਵੀ ਕਿਹਦੀਆਂ ਕੀ ਮਜਬੂਰੀਆਂ ਨੇ। ਦਰਵਾਜ਼ਾ ਕੋਈ ਸ਼ੌਂਕ ਨੂੰ ਨਹੀਂ ਬੰਦ ਕਰਦਾ ਬਾਈ ਜੀ। ਜੇ ਤੁਹਾਡੀਆਂ ਪੱਗਾਂ ਦੇ ਵਿੱਚ ਬੰਬ ਦੇ ਡੈਟੋਨੇਟਰ ਆਉਣ ਤੁਸੀਂ ਘਰ ਹੀ ਬਦਲ ਲਓ। ਮੈਂ ਤਾਂ ਫਿਰ ਵੀ ਉਸੇ ਘਰ 'ਚ ਰਹਿ ਰਿਹਾ, ਉਸੇ ਪਿੰਡ 'ਚ ਰਹਿ ਰਿਹਾ, ਉਸੇ ਇਲਾਕੇ 'ਚ ਰਹਿ ਰਿਹਾ। ਮੈਨੂੰ ਕਈ ਬੰਦੇ ਕਹਿ ਰਹੇ ਨੇ ਕੱਲ ਪਰਸੋਂ ਕਿਸੇ ਨੇ ਫੋਟੋ ਪਾਈ ਪਿਸਤੌਲ ਦੇ ਜ਼ੋਰ ਤੇ ਵੋਟਾਂ ਮੰਗ ਰਿਹਾ। ਮੇਰਾ ਵੈਪਨ ਹੈ ਯਾਰ, ਮੈਂ ਪਰਮਿਸ਼ਨ ਲਈ ਹੈ, ਆਥੋਰਾਈਜ਼ਡ ਵੈਪਨ ਹੈ, ਮੇਰੇ ਨਾਮ ਤੇ ਹੈ, ਮੈਂ ਮੇਰੇ ਡੱਬ ਦੇ ਵਿੱਚ ਲੱਗੇ ਹੋਏ। ਜੇ ਮੈਂ ਵੈਪਨ ਕੱਢ ਕੇ ਕਹਿੰਦਾ ਹਾਂ ਵੀ ਮਾਨਸ ਵਾਲੇ ਵੋਟ ਪਾਏਗਾ ਕਿ ਨਹੀਂ ਗੋਲੀ ਮਾਰੂ, ਉਹ ਹੁੰਦੀ ਹੈ ਪਿਸਤੌਲ ਦੇ ਜ਼ੋਰ ਤੇ ਵੋਟ ਲੈਣੀ। ਯਾਰ ਕਿ ਮੇਰੇ ਡੱਬ 'ਚ ਹੈ, ਮੇਰੀ ਸੇਫਟੀ ਵਾਸਤੇ ਹੈ, ਮੇਰੇ ਪਰਸਨਲ ਇਸ਼ੂਜ਼ ਨੇ। ਇਹਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ? ਤੇ ਵੈਪਨ ਰੱਖਣਾ ਕੋਈ ਗਲਤ ਬੰਦੇ ਦੀ ਨਿਸ਼ਾਨੀ ਹੈ? ਅਸੀਂ ਆਪ ਹੀ ਕਈ ਮਾਪਦੰਡ ਇਹੋ ਜਿਹੇ ਸੈੱਟ ਕਰ ਲੈਂਦੇ ਆ ਤੇ ਉਹਦੇ ਤੇ ਕਰੀ ਜਾਂਦੇ ਆ ਪ੍ਰਚਾਰ। ਕਰੀਏ ਮੇਰੀ ਭੀਖੀ ਮੈਨੂੰ ਲੱਗਦਾ ਮੇਰੀ ਨਾ ਜੈਕਟ ਚੱਕੀ ਗਈ ਤੇ ਮੇਰਾ ਵੈਪਨ ਬਾਹਰ ਆ ਗਿਆ, ਉਹ ਫੋਟੋ ਖਿੱਚ ਕੇ ਪਾਈ। ਲੈ ਇਹਨੂੰ ਪ੍ਰਚਾਰ 'ਚ ਵੈਪਨ ਲਿਆਉਣ ਦੀ ਕੀ ਲੋੜ ਸੀ? ਫਿਰ ਕਮਰੇ 'ਚ ਰੱਖ ਕੇ ਸੋਇਆ ਕਰੀਏ ਜੀ। ਲੋਕ ਤਾਂ ਬਾਜ਼ਾਰ 'ਚ ਨੇ, ਇਕੱਠ ਤਾਂ ਬਾਜ਼ਾਰ 'ਚ ਹੁੰਦਾ ਹੈ। ਸਾਨੂੰ ਕੀ ਪਤਾ ਕੌਣ ਬੰਦਾ ਚੰਗਾ ਕੌਣ ਬੰਦਾ ਮਾੜਾ। ਅਸਤਾਵ ਦਾ ਕੰਸਰਨ ਤਾਂ ਰੱਖਣਾ ਜੀ। ਮੈਂ ਕੱਲੀਆਂ ਵੋਟਾਂ ਕੀ ਕਰਨੀਆਂ? ਜੇ ਕਿਸੇ ਦਾ ਨੁਕਸਾਨ ਹੋ ਗਿਆ ਉੱਥੇ, ਕਿਸੇ ਦਾ ਕੁਝ ਮਿਸਹੈਪਨਿੰਗ ਦਾ ਕੀ ਪਤਾ ਲੱਗਦਾ? ਉਹੀ ਗੱਲ ਨਾ ਵੀ ਤੁਸੀਂ ਪਰਦੇ ਤੋਂ ਬਾਹਰ ਵਾਲਾ ਸਿੱਧੂ ਮੂਸੇਵਾਲਾ ਦੇਖਿਆ, ਇਹਦੇ ਪਿੱਛੇ ਕੀ ਚੱਲੀ ਜਾਂਦਾ ਕਿਸੇ ਨੂੰ ਕੋਈ ਨਹੀਂ ਪਤਾ। ਸੋ ਤਾਂ ਕਰਕੇ ਮੈਂ ਦਰਵਾਜ਼ੇ ਭਾਈ ਜੀ ਕਿਸੇ ਨੂੰ ਬੰਦ ਨਹੀਂ ਸੀ ਕੀਤੇ। ਮੇਰੇ ਦਰਵਾਜ਼ੇ ਅੱਜ ਵੀ ਖੁੱਲੇ ਨੇ। ਮੇਰੇ ਜਨਮ ਦਿਨ ਤੇ 2200 ਬੰਦਾ ਆਉਂਦਾ, 1100 ਕੇਕ ਆਉਂਦਾ। ਸਵੇਰੇ ਮੈਂ 7 ਵਜੇ ਲੱਗ ਜਾਣਾ ਤੇ ਰਾਤ ਦੇ 1 ਵਜੇ ਤੱਕ ਫੋਟੋਆਂ ਕਰਾਉਣਾ ਤੇ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਵਾਪਸ ਮੁੜਦਾ ਜਿਹੜਾ ਕਹੇ ਵੀ ਸਿੱਧੂ ਮੂਸੇਵਾਲੇ ਯਾਰ ਮੇਰਾ ਕੇਕ ਨਹੀਂ ਕੱਟਿਆ, ਮੈਂ ਗਿਆ ਸੀ ਤੇ ਮੈਨੂੰ ਬਿਨਾਂ ਚਾਹ ਪਾਣੀ ਪਾਈ ਪਿਆ ਹੁੰਦਾ। ਸੋ
ਅਸੀਂ ਗਲਤੀਆਂ ਵੀ ਸਾਡੇ ਇਹ ਹਿਊਮਨ ਨੇਚਰ ਹੈ, ਮੈਂ ਤੁਹਾਡਾ ਕਸੂਰ ਨਹੀਂ ਕਰਦਾ, ਗਲਤੀਆਂ ਵੀ ਉਹਨਾਂ 'ਚ ਨਿਕਲਦੀਆਂ ਨੇ ਜਿਹੜੇ ਲੋਕ ਸੋਚਦੇ ਨੇ ਵੀ ਯਾਰ ਆਪਾਂ ਇੱਥੇ ਰਹਿਣਾ। ਜਿਹੜੇ ਮਿਲਦੇ ਨਹੀਂ ਕਦੇ ਉਹਨਾਂ ਨੂੰ ਕੋਈ ਸਵਾਲ ਨਹੀਂ ਪੁੱਛਦਾ, ਉਹਨਾਂ ਨੂੰ ਇਹ ਕਹਿੰਦਾ ਸਟਾਰ ਆ ਗਿਆ ਵੀ ਸਟਾਰ, ਹੈਲੋ ਸਰ ਫੋਟੋ ਕਰੀ ਬਸ। ਚਾਣਕੀਆ ਕਹਿੰਦਾ ਵਿਰੋਧ ਤੋਂ ਵਿਕਾਸ ਨਿਕਲਦਾ। ਆਪਣਾ ਤਾਂ ਮੈਂ ਉਹੀ ਕਹਿ ਰਿਹਾ ਸਰ, ਸਾਡੀ ਤਾਂ ਗੁਰਲਕ ਚਾਹ ਨਾਲ ਵਿਰੋਧ, ਜਦੋਂ ਵਿਰੋਧ ਹੁੰਦਾ ਸਮਝ ਲੱਗਦਾ ਵੀ ਚੰਗੀ ਚੀਜ਼ ਭਾਈ ਸ਼ਾਇਦ ਸੱਚੀਓ ਕੋਈ। ਹੋਰ ਕੁਝ ਸਰ, ਕੋਈ ਕੁਐਸਚਨ ਮੇਰੇ ਲਾਇਕ? ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ।